ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਠਾਕੁਰੋ ਬੈਰਾਗੁਰੂ, ਮੈਂ ਦੇਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮਿਹ ਰਮਤ ਸਾਈਂ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਗਰਭ ਨਾ ਕੀਜੈ ਰੇਣ ਹੋਵੀਜੈ, ਤਾਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਬੇਸੁਮਾਰ ਅਥਾਹ ਅਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨ ਆਇਓ ਹਾਥ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗਨ ਕਰੈ। ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਕਰੁਣਾ ਹੈ, ਅਥਾਹ ਮਿਹਰਾਮਤ ਹੈ, ਬੇਅੰਤ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ। ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਅਭਿਆਸ ਨਾਲ ਸਤਿਗੁਰੂ ਕੀ ਰਹਿਮਤ ਨੂੰ ਮਾਨਣ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਨੂੰ ਸ਼ਬਦ ਕੀਰਤਨ ਦੇ ਗਾਇਨ ਦੁਆਰਾ ਸ਼ਰਵਣ ਕਰਕੇ ਸ਼ਬਦ ਦੀ ਗਿਆਨਾਤਮਕ ਵਿਚਾਰ ਸ਼ਰਵਣ ਕਰਕੇ ਰਹਿਮਤ ਨੂੰ ਮਾਨਣ ਦਾ ਯਤਨ ਕਰਦੇ ਹੋ ਜੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਦੇ ਪਾਵਨ ਉਚਾਰਨ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸਲੋਕ ਦੇ ਵਿੱਚ ਸਾਨੂੰ ਜੀਵਨ ਦੇ ਬੜੇ ਵਿਲੱਖਣ ਜਿਹੇ ਅਨੁਭਵ ਭਗਤ ਕਬੀਰ ਸਾਹਿਬ ਜੀ ਨੇ ਸਮਝਾਏ ਸੀ ਕਿ ਸੰਸਾਰ ਦੇ ਵਿੱਚ ਵਿਚਰਦਿਆਂ ਸੰਸਾਰ ਦੀ ਜ਼ਿੰਮੇਵਾਰੀਆਂ ਕਾਰਜਾਂ ਆਦਿਕ ਨੂੰ ਨਿਭਾਉਂਦਿਆਂ ਹੋਇਆਂ ਕੇਵਲ ਉਹਨਾਂ ਦੇ ਮਾਇਆਵੀ ਪ੍ਰਭਾਵ ਤੱਕ ਸੀਮਿਤ ਨਹੀਂ ਰਹਿ ਜਾਣਾ, ਸਗੋਂ ਪ੍ਰਭੂ ਸਾਧਨਾ ਦੇ ਨਾਲ, ਪ੍ਰਭੂ ਦੀ ਯਾਦ ਦੇ ਨਾਲ ਆਪਣੇ ਹਿਰਦੇ ਨੂੰ ਇੰਨਾ ਲੀਨ ਕਰ ਲੈਣਾ ਹੈ ਕਿ ਹਿਰਦਾ ਸਦ ਹੀ ਪ੍ਰਭੂ ਚਰਨਾਂ ਦੇ ਵਿੱਚ ਇਕਾਗਰ ਰਹੇ, ਪਰ ਦੂਜੇ ਪਾਸੇ ਸੰਸਾਰ ਦੇ ਵਿੱਚ ਸੰਪੂਰਨ ਰਹਿਣ ਦੇ ਲਈ ਜਾਂ ਆਪਣੇ ਜੀਵਨ ਦੇ ਸਗਲ ਨਿਰਬਾਹ ਨੂੰ ਬੜੀ ਕੁਸ਼ਲਤਾ ਦੇ ਨਾਲ ਪੂਰਨ ਕਰਨ ਦੇ ਲਈ ਸਰੀਰ ਦਾ ਇੱਕ ਵੱਖਰਾ ਪ੍ਰਯੋਗ ਚੱਲਦਾ ਰਹਿਣਾ ਚਾਹੀਦਾ ਹੈ। ਤਾਂ ਕਰਕੇ ਭਗਤ ਨਾਮਦੇਵ ਸਾਹਿਬ ਜੀ ਦੇ ਅਨੁਭਵ ਨੂੰ ਗੁਰੂ ਭਗਤ ਕਬੀਰ ਸਾਹਿਬ ਜੀ ਨੇ ਅੰਕਿਤ ਕੀਤਾ ਹੈ। ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਅਤੇ ਅੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਿਹੜਾ ਕੇਵਲ ਸੰਸਾਰ ਦੇ ਧੰਦਿਆਂ ਤੱਕ ਮਸਤ ਹੋ ਜਾਂਦਾ ਹੈ ਤਾਂ ਫਿਰ ਆਪਣੇ ਜੀਵਨ ਨੂੰ ਅੰਤਮ ਸਮੇਂ ਦੇ ਵਿੱਚ ਨਿਰਾਰਥਕ ਗਿਣਦਾ ਹੈ। ਉਹਨਾਂ ਦੇ ਲਈ ਅਨੁਭਵ ਸਨਮੁਖ ਪੇਸ਼ ਕੀਤਾ ਸੀ, ਕਬੀਰਾ ਹਮਰਾ ਕੋ ਨਹੀਂ। ਇਸ ਜਗਤ ਦੀ ਜਿਹੜੀ ਸੱਚ ਅਸਲੀਅਤ ਹੈ, ਨਾ ਪਦਾਰਥ ਸਾਡਾ ਹੈ ਨਾ ਅਸੀਂ ਪਦਾਰਥ ਲਈ ਹਾਂ। ਇਸ ਕਰਕੇ ਜਿਹਨੇ ਇਹ ਰਚਨ ਰਚਾਇਆ, ਜੋ ਸਾਡਾ ਰਚਨਹਾਰ ਹੈ, ਮੁੜ ਉਹਦੇ ਵਿੱਚ ਅਭੇਦ ਹੋ ਜਾਣਾ ਹੀ ਸਾਡੇ ਜੀਵਨ ਦਾ ਪਰਮ ਮਨੋਰਥ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨ ਆਇਓ ਹਾਥ। ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੀ ਭੂਮਿਕਾ ਦੇ ਵਜੋਂ ਜ਼ਿਕਰ ਮਿਲਦਾ ਹੈ ਟੀਕਿਆਂ ਦੇ ਵਿੱਚ ਕਿ ਕੋਈ ਇਸਤਰੀ ਕਿਸੇ ਦੂਸਰੇ ਘਰ ਜਿਹਦੇ ਵਿੱਚ ਦਾਣੇ ਆਦਿਕ ਪੀਹਣ ਦੇ ਲਈ ਚੱਕੀ ਲੱਗੀ ਹੋਈ ਸੀ, ਉੱਥੋਂ ਦਾਣੇ ਪੀਹ ਕੇ ਆਟਾ ਬਣਾ ਕੇ ਲਿਆ ਰਹੀ ਹੁੰਦੀ ਹੈ। ਰਸਤੇ ਵਿੱਚ ਕਿਸੇ ਕਾਰਨ ਤਿਲਕ ਜਾਣ ਕਰਕੇ ਉਹਦਾ ਪੀਹਿਆ ਹੋਏ ਦਾਣੇ ਜੋ ਆਟਾ ਬਣ ਚੁੱਕਿਆ ਹੁੰਦਾ ਹੈ, ਉਹ ਚਿੱਕੜ ਵਿੱਚ ਡਿੱਗ ਜਾਂਦਾ ਹੈ, ਖਿੱਲਰ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਿਛੂ ਨਾ ਆਇਓ ਹਾਥ। ਹੁਣ ਜਿਹੜੀ ਚੀਜ਼ ਚਿੱਕੜ ਵਿੱਚ ਗਿਰ ਗਈ ਹੈ ਔਰ ਹੈ ਵੀ ਉਹ ਆਟੇ ਵਰਗੀ, ਤਾਂ ਉਹ ਦੁਬਾਰਾ ਚੁੱਕਣੀ ਜਾਂ ਦੁਬਾਰਾ ਚੁਣਨਾ ਇਹ ਸੰਭਵ ਨਹੀਂ ਹੈ। ਇਸ ਕਰਕੇ ਕੁਝ ਵੀ ਹੱਥ ਨਹੀਂ ਆਇਆ। ਪਰ ਜੇ ਕੋਈ ਬਾਕੀ ਬਚਿਆ, ਹੁਣ ਉਸ ਡੁੱਲ ਗਈ ਚੀਜ਼ ਦੇ ਵਿੱਚੋਂ, ਬਿਖਰ ਗਈ ਵਸਤੂ ਦੇ ਵਿੱਚੋਂ ਜੇ ਕੁਝ ਬਚਿਆ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਹੈ ਪੀਸਤ ਪੀਸਤ ਚਾਬਿਆ। ਭਾਵ ਕਿ ਜਦੋਂ ਦਾਣੇ ਪੀਂਹਦਿਆਂ ਕੁਝ ਇੱਕ ਅੱਧ ਦਾਣੇ ਉਹਨੇ ਆਪਣੇ ਮੂੰਹ ਦੇ ਵਿੱਚ ਪਾ ਕੇ ਖਾ ਲਏ ਸਨ, ਪੁੰਚ ਲਏ ਸਨ, ਕੇਵਲ ਉਹੀ ਉਹਨੂੰ ਪ੍ਰਾਪਤ ਹੋਏ ਹਨ, ਬਾਕੀ ਸਾਰੇ ਉਹਦੇ ਵਿਅਰਥ ਚਲੇ ਗਏ ਹਨ। ਜਿਵੇਂ ਇਹ ਆਮ ਇੱਕ ਵਰਤਾਰਾ ਹੈ, ਕੋਈ ਅਨਾਜ ਪੀਂਦਿਆਂ ਕਈ ਦਫਾ ਉਸ ਨੂੰ ਕੁਝ ਕੁ ਦਾਣੇ ਖਾਣ ਦੀ ਸੁਭਾਵਕ ਕਈਆਂ ਦੀ ਆਦਤ ਹੁੰਦੀ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਇਹ ਦ੍ਰਿਸ਼ ਵਾਪਰਿਆ, ਪਰ ਭਗਤ ਕਬੀਰ ਸਾਹਿਬ ਜੀ ਇਸ ਦੁਆਰਾ ਜੀਵਨ ਦਾ ਬੜਾ ਗੁਹਜ ਅਨੁਭਵ ਸਾਨੂੰ ਸਮਝਾ ਰਹੇ ਹਨ। ਬਖਸ਼ਿਸ਼ ਕਰਦੇ ਹਨ, ਕੀਚੜ ਆਟਾ ਗਿਰ ਪਰਿਆ। ਹੁਣ ਦੋ ਇਹ ਚੀਜ਼ਾਂ ਹਨ ਜਿਹੜੀਆਂ ਸਾਨੂੰ ਅਨੁਭਵ ਸਮਝਣ ਦੇ ਲਈ ਮਦਦ ਕਰਦੀਆਂ ਨੇ। ਇੱਕ ਪਾਸੇ ਚਿੱਕੜ ਹੈ ਜਿਹੜਾ ਨਿਮਨਤਾ 'ਤੇ ਹੁੰਦਾ ਹੈ। ਨਿਮਨਤਾ ਦਾ ਮਤਲਬ ਕਦੀ ਚਿੱਕੜ ਸਾਨੂੰ ਉਚਾਈ 'ਤੇ ਨਹੀਂ ਮਿਲੇਗਾ, ਹਮੇਸ਼ਾ ਜ਼ਮੀਨ 'ਤੇ ਮਿਲੇਗਾ, ਜ਼ਮੀਨੀ ਸਤਹ 'ਤੇ ਮਿਲੇਗਾ। ਇਹਦਾ ਭਾਵ ਹੈ, ਔਰ ਚਿੱਕੜ ਦੇ ਵਿੱਚ ਮਿੱਟੀ, ਪਾਣੀ, ਗੰਦਗੀ ਸਾਰਾ ਕੁਝ ਇੱਕੋ ਜਗ੍ਹਾ ਮੈਲਟ ਹੋਇਆ ਹੁੰਦਾ ਹੈ। ਇਹ ਹੈ ਇੱਕ ਜੀਵਨ ਦਾ ਅਨੁਭਵ ਚਿੱਕੜ ਵਾਲਾ, ਜਿਹਦੇ ਵਿੱਚ ਗੰਦਗੀ ਹੈ, ਜਿਹਦੇ ਵਿੱਚ ਮਲੀਨਤਾ ਹੈ, ਜਿਹਦੇ ਵਿੱਚ ਮਨੁੱਖ ਦਾ ਜਿਹੜਾ ਜੀਵਨ ਦੀ ਨਿਮਨਤਾ ਹੈ। ਦੂਜੀ ਤਰਫ ਹੈ ਆਟਾ, ਜਿਹੜਾ ਮਨੁੱਖੀ ਸਰੀਰ ਨੂੰ ਜਿਵਾਉਣ ਦੇ ਲਈ ਖੁਰਾਕੀ ਤੱਤ ਵਜੋਂ ਕੰਮ ਕਰਦਾ ਹੈ ਔਰ ਇਹਦੇ ਪੈਦਾ ਹੋਣ ਦੀ ਪ੍ਰਕਿਰਿਆ ਕਠਿਨ ਹੈ। ਫਸਲ ਵਜੋਂ ਉਗਾਇਆ ਗਿਆ,
ਫਿਰ ਚੱਕੀ ਆਦਿਕ ਦੇ ਵਿੱਚ ਪੀਸਿਆ ਗਿਆ, ਫਿਰ ਅੱਗੇ ਪੱਕ ਕੇ ਆਪਣੇ ਭੋਜਨ ਦੀ ਸਿਖਰਤਾ ਤੱਕ ਪਹੁੰਚੇਗਾ ਪਰੋਸਣ ਦੇ ਲਈ। ਹੁਣ ਇਸ ਤਰ੍ਹਾਂ ਸਾਡੇ ਜੀਵਨ ਦੇ ਦੋ ਅਨੁਭਵ ਹਨ। ਜਦੋਂ ਸਾਡੇ ਕੋਲ ਆਪਣੇ ਜੀਵਨ ਦੇ ਬੜੀ ਮੁਸ਼ੱਕਤ ਦੇ ਨਾਲ ਬਣੇ ਹੋਏ ਜੀਵਨ ਦੀ ਜਾਂ ਪ੍ਰਭੂ ਦੇ ਤਮਾਮ ਕਿਰਪਾ ਰੂਪ ਦਾ ਅਹਿਸਾਸ ਆਪਣੇ ਜੀਵਨ ਦੇ ਵਿੱਚ ਨਹੀਂ ਹੁੰਦਾ, ਭਾਵ ਕਿ ਸਾਡਾ ਜੀਵਨ ਨਿਰਮੋਲਕ ਹੈ, ਅਮੋਲਕ ਹੈ, ਸਾਨੂੰ ਜੀਵਨ ਕਰਕੇ ਮਿਲੀ ਹੋਈ ਕਾਇਆ, ਜੀਵਨ ਕਰਕੇ ਮਿਲਿਆ ਹੋਇਆ ਮਨ ਦਾ ਪਸਾਰ, ਬੁੱਧੀ ਦਾ ਜਿਹੜਾ ਤਾਣ, ਕਲਪਨਾ ਦੀ ਸਮਰੱਥਾ, ਚਿੱਤ ਦਾ ਜੋ ਭਾਗ ਸਾਨੂੰ ਮਿਲਿਆ ਹੈ, ਇਹ ਆਪਣੇ ਆਪ ਦੇ ਵਿੱਚ ਬੜੇ ਨਿਰਮਲ ਹਨ। ਪਰ ਜਦੋਂ ਮਨੁੱਖ ਇਹਨਾਂ ਦੇ ਉੱਚੇ ਪ੍ਰਯੋਗ ਨੂੰ ਨਹੀਂ ਸਮਝਦਾ ਤਾਂ ਬੜੀ ਬੇਧਿਆਨੀ ਨਾਲ ਚੱਲਦਾ ਹੈ, ਤਾਂ ਇਹਨਾਂ ਸਭ ਕੁਝ ਦੇ ਪਵਿੱਤਰ ਹੋਣ ਦਾ ਜੋ ਪਵਿੱਤਰਤਾ ਹੈ ਹੌਲੀ ਹੌਲੀ ਮਨੁੱਖ ਦੇ ਹੱਥੋਂ ਗਿਰ ਜਾਂਦੀ ਹੈ ਅਤੇ ਫਿਰ ਚਿੱਕੜ ਦੇ ਵਿੱਚ ਪੈ ਕੇ ਉਹ ਚਿੱਕੜ ਵਰਗੀ ਹੀ ਹੋ ਜਾਂਦੀ ਹੈ, ਦੁਬਾਰਾ ਪਛਾਣ ਨਹੀਂ ਕੀਤੀ ਜਾ ਸਕਦੀ। ਹੁਣ ਦੋ ਅਨੁਭਵ ਨੇ। ਇੱਕ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਵਿੱਚ ਆਉਂਦਾ ਹੈ ਜ਼ਿਕਰ, ਹਰ ਭਇਓ ਖਾਂਡ ਰੇਤ ਮੈਂ ਬਿਖਰੀ। ਹੁਣ ਰੇਤ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਖੰਡ ਡਿੱਗ ਪਈ, ਹੁਣ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਅਲੱਗ ਕੀਤਾ ਜਾ ਸਕਦਾ। ਕਹਿੰਦੇ ਫਿਰ ਉਹਦਾ ਢੰਗ ਸੀ, ਕਹੋ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕਿਆ ਖਾਏ, ਕਿ ਅਗਰ ਕੀੜੀ ਵਾਂਗ ਬਾਰੀਕ ਹੋ ਜਾਵਾਂਗੇ ਤਾਂ ਰੇਤ ਦੇ ਵਿੱਚੋਂ ਖੰਡ ਚੁਣ ਲਈ ਜਾਏਗੀ। ਪਰ ਹੁਣ ਚਿੱਕੜ ਦਾ ਸੁਭਾਅ ਐਸਾ ਹੈ ਕਿ ਜੋ ਵੀ ਇਹਦੇ ਵਿੱਚ ਰਲ ਜਾਂਦਾ ਹੈ ਉਹਨੂੰ ਆਪਣੇ ਵਰਗਾ ਕਰ ਲੈਂਦਾ, ਆਪਣੇ ਵਰਗਾ ਉਹਦਾ ਰੂਪ ਬਣਾ ਦਿੰਦਾ ਹੈ। ਅਤੇ ਫਿਰ ਮਨੁੱਖ ਦੀ ਕਈ ਵਾਰੀ ਕੀਮਤੀ ਚੀਜ਼ ਵੀ ਭਾਵੇਂ ਚਿੱਕੜ ਵਿੱਚ ਡਿੱਗ ਜਾਏ, ਮਨੁੱਖ ਉਹਨੂੰ ਕੱਢਣ ਤੋਂ ਘਬਰਾਉਂਦਾ ਹੈ ਜਾਂ ਥੋੜ੍ਹੀ ਘ੍ਰਿਣਾ ਜ਼ਾਹਰ ਕਰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕੀਚੜ ਆਟਾ ਗਿਰ ਭਰਿਆ। ਇਤਨਾ ਜਿਹੜਾ ਮੁਸ਼ਕਿਲ ਜੀਵਨ ਬਣਿਆ ਸੀ ਔਰ ਇਤਨੀ ਪਵਿੱਤਰਤਾ ਵਾਲਾ ਸੀ, ਜੀਵਨ ਦੀ ਸੰਭਾਲ ਨਹੀਂ ਕੀਤੀ, ਹੁਣ ਜੀਵਨ ਦੀ ਸਾਰੀ ਪਵਿੱਤਰਤਾ ਹੱਥੋਂ ਗਿਰ ਗਈ ਹੈ। ਜਿਵੇਂ ਆਟੇ ਤੋਂ ਭੋਜਨ ਦਾ ਨਿਰਮਾਣ ਹੁੰਦਾ ਹੈ ਤਾਂ ਸਰੀਰ ਨੂੰ ਖੁਰਾਕੀ ਤੱਤਾਂ ਦੀ ਪੂਰਤੀ ਕਰਦਾ ਹੈ, ਇੰਝ ਹੀ ਮਨ ਬੁੱਧ ਸੁਰਤ ਚਿੱਤ ਜਿਨ੍ਹਾਂ ਦੀ ਸਹਿਤ ਗਿਆਨ ਦਾ, ਨਾਮ ਰਸ ਦਾ, ਕੀਰਤਨ ਦਾ, ਸ਼ੁਭ ਚਿਤਵਨੀ ਦਾ ਭੋਜਨ ਕਰਨਾ ਸੀ, ਉਸ ਗੱਲ ਦਾ ਖਿਆਲ ਨਹੀਂ ਕੀਤਾ ਅਤੇ ਬੇਧਿਆਨੀ ਦੇ ਵਿੱਚ ਇਹਨਾਂ ਪਵਿੱਤਰ ਚੀਜ਼ਾਂ ਦੇ ਨਾਲ ਜਿਹੜਾ ਪਵਿੱਤਰ ਕਿਸਮ ਦਾ ਭੋਜਨ ਸੀ ਉੱਥੋਂ ਛੁਟਕ ਗਿਆ ਹੈ ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਿੱਕੜ ਵਿੱਚ ਜਾ ਪਿਆ ਹੈ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਛੂ ਨਾ ਆਇਓ ਹਾਥ। ਹੁਣ ਇਸ ਗੱਲ ਦਾ ਇੱਕ ਹੋਰ ਅਨੁਭਵ ਹੈ ਕਿ ਆਰੰਭ ਦੇ ਵਿੱਚ ਮਿਲਿਆ ਹੋਇਆ ਪਵਿੱਤਰ ਮਨ, ਨਿਰਮਲ ਬੁੱਧੀ, ਸ਼ਵੱਛ ਹਿਰਦਾ, ਨਿਰਮਲ ਅੰਤਹਿਕਰਨ, ਜੋ ਕੁਝ ਸਾਨੂੰ ਮਿਲਦਾ ਹੈ ਉਹ ਹੌਲੀ ਹੌਲੀ ਜੀਵਨ ਦੇ ਵਿੱਚ ਮਨੁੱਖ ਜਦ ਦਿਨ ਬਾ ਦਿਨ ਉਸ ਨੂੰ ਮਲੀਨ ਕਰਦਾ ਜਾਂਦਾ ਹੈ ਅਤੇ ਜਦੋਂ ਇੱਕ ਦਿਨ ਕਿਸੇ ਗਿਆਨ ਦੀ ਮਜਲਿਸ ਵਿੱਚ ਬੈਠ ਕੇ ਆਪਣੇ ਆਪ ਨੂੰ ਵਿਚਾਰਦਾ ਹੈ ਤਾਂ ਫਿਰ ਉਹਨੂੰ ਸਮਝ ਆਉਂਦਾ ਹੈ ਕਿ ਮੇਰਾ ਸਭ ਕੁਝ ਪਵਿੱਤਰ ਜਿਹੜਾ ਹੈ ਉਹ ਚਿੱਕੜ ਦੇ ਵਿੱਚ ਡਿੱਗ ਚੁੱਕਾ ਹੈ, ਹੁਣ ਕੁਝ ਹੱਥ ਆਉਣ ਵਾਲਾ ਨਹੀਂ। ਇਸ ਕਰਕੇ ਇਸ ਗੱਲ ਦਾ ਭਾਵ ਇਹ ਹੋਇਆ ਕਿ ਮਨੁੱਖ ਹੌਲੀ ਹੌਲੀ ਆਪਣੇ ਆਪ ਜੀਵਨ ਨੂੰ ਚਿੱਕੜ ਦੀ ਨਿਮਨਤਾ 'ਤੇ ਲੈ ਆਉਂਦਾ ਹੈ। ਇਸ ਕਰਕੇ ਉਹਦੇ ਆਪਣੇ ਜੀਵਨ ਉੱਪਰ ਨਿਰਭਰ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਛੂ ਨਾ ਆਇਓ ਹਾਥ। ਹੁਣ ਸਾਡਾ ਨਿਰਮਲ ਮਨ ਚਿੱਕੜ ਵਿੱਚ ਕਿਵੇਂ ਪ੍ਰਭਾਵਿਤ ਹੁੰਦਾ, ਇਹਦਾ ਥੋੜ੍ਹਾ ਜਿਹਾ ਜ਼ਿਕਰ ਆਪ ਦੇ ਸਨਮੁਖ ਰੱਖਦੇ ਹਾਂ। ਆਰੰਭਕ ਤੌਰ ਦੇ ਮਨ ਦੇ ਵਿੱਚ ਕੋਈ ਕਲਪਨਾ ਨਹੀਂ ਸੀ, ਅੱਖਾਂ ਦੁਆਰਾ ਸੰਸਾਰ ਦਾ ਬੋਧ ਹੁੰਦਾ ਸੀ। ਇਹ ਬੋਧ ਨੇ ਹੌਲੀ ਹੌਲੀ ਸੰਬੰਧਾਂ ਦੀ ਪ੍ਰਤੀਤ ਪੈਦਾ ਕੀਤੀ। ਮਤਲਬ ਬੱਚੇ ਨੂੰ ਬੋਧ ਹੋਇਆ ਅੱਖਾਂ ਦੁਆਰਾ ਕਿ ਜਦ ਮੈਨੂੰ ਭੁੱਖ ਦਾ ਆਭਾਸ ਹੁੰਦਾ ਹੈ ਜਾਂ ਕਿਸੇ ਦਰਦ ਦੀ ਵਿਥਿਆ ਮੇਰੇ ਅੰਦਰ ਛੁੱਟਦੀ ਹੈ, ਕਾਰਨ ਛੁੱਟਦਾ ਹੈ, ਉਸ ਸਮੇਂ ਇਸ ਤਰ੍ਹਾਂ ਦੀ ਪ੍ਰਤਿਮਾ ਹੈ, ਇਸ ਤਰ੍ਹਾਂ ਦਾ ਆਕਾਰ ਹੈ ਜਿਹੜਾ ਆ ਕੇ ਮੈਨੂੰ ਮੇਰੀ ਸੰਭਾਲ ਕਰਦਾ ਹੈ। ਇਸ ਕਰਕੇ ਬੱਚਾ ਪਹਿਲੇ ਤਰਫ 'ਤੇ ਸੰਸਾਰ ਦਾ ਬੋਧ ਆਪਣੀਆਂ ਅੱਖਾਂ ਦੁਆਰਾ ਜੁਟਾਉਂਦਾ ਹੈ, ਫਿਰ ਇਹਨੂੰ ਉਹ ਆਪਣੇ ਚਿੱਤ ਨਾਲ ਜੋੜਦਾ ਹੈ। ਜਦੋਂ ਉਹਨੂੰ ਸ਼ੋਅ ਦਾ ਅਹਿਸਾਸ ਮਿਲਦਾ ਹੈ, ਸ਼ੋਅ ਦਾ ਅਹਿਸਾਸ ਮਿਲਣ ਤੋਂ ਬਾਅਦ ਇਹ ਜੀਵਨ ਦੇ ਨਿਰਵਾਹ ਲਈ ਜ਼ਰੂਰੀ ਵੀ ਹੈ। ਇੱਕ ਬੱਚੇ ਦੇ ਪਾਸ ਸਰੀਰ ਹੈ ਪਰ ਉਹ ਆਪਣੀ ਕਿਸੇ ਵੀ ਲੋੜ ਨੂੰ, ਕਿਸੇ ਵੀ ਕਿਰਿਆ ਨੂੰ ਪੂਰਾ ਨਹੀਂ ਕਰ ਸਕਦਾ ਆਪਣੇ ਆਪ। ਉਹਦੀ ਪ੍ਰਤਪਾਲਣ ਵਾਲੀ ਮਾਲਕ ਨੇ ਮਾਤਾ ਦਾ ਵਿਧਾਨ ਬਣਾਇਆ। ਇਹਨਾਂ ਸੰਬੰਧਾਂ ਵਿੱਚੋਂ ਗੁਜ਼ਰ ਕੇ ਅੱਗੇ ਜਦੋਂ ਸੰਸਾਰ ਦੀ ਉਹਨੂੰ ਹੋਰ ਜ਼ਿਆਦਾ ਪ੍ਰਤੀਤ ਆਉਂਦੀ ਹੈ ਤਾਂ ਉਹਦਾ ਉਹੀ ਮਨ ਜਿਹੜਾ ਪਹਿਲਾਂ ਇਸਤਰੀ ਨੂੰ ਨਿਰਮਲਤਾ ਰੂਪ ਵਿੱਚ ਦੇਖਦਾ ਹੁੰਦਾ ਹੈ,
ਜਵਾਨੀ ਦੇ ਪੱਧਰ 'ਤੇ ਆ ਕੇ ਵਿਸ਼ਿਆਂ ਦਾ ਦਖਲ ਹੋਣ ਕਰਕੇ ਉਸੇ ਅੱਖ ਦੇ ਅੰਦਰ ਮਲੀਨਤਾ ਛਾ ਜਾਂਦੀ ਹੈ ਅਤੇ ਮਨੁੱਖ ਆਪਣੀ ਪਵਿੱਤਰ ਅੱਖ ਦੇ ਪਵਿੱਤਰ ਰੌਸ਼ਨੀ ਨੂੰ ਇੱਕ ਮਲੀਨਤਾ ਦੇ ਦ੍ਰਿਸ਼ਟੀਕੋਣ ਨਾਲ ਭੰਗ ਕਰ ਲੈਂਦਾ। ਮਤਲਬ ਉਹਦੀ ਅੱਖ ਦੀ ਪਵਿੱਤਰਤਾ ਜਾਂਦੀ ਰਹਿੰਦੀ ਹੈ ਅਤੇ ਉਹ ਉਸ ਨੂੰ ਇੱਕ ਕਾਮ ਦੀ ਮਲੀਨਤਾ ਦੇ ਚਿੱਕੜ ਵਿੱਚ ਗ੍ਰਸਤ ਕਰ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਕੀਚੜ ਆਟਾ ਗਿਰ ਭਰਿਆ। ਫਿਰ ਇਸ ਕਰਕੇ ਉਹਦਾ ਫਿਰ ਜਿਹੜਾ ਮਨ, ਉਸ ਤੋਂ ਬਾਅਦ ਚਿੱਤ, ਜਦੋਂ ਹੌਲੀ ਹੌਲੀ ਦਖਲ ਵਧਣ ਲੱਗ ਪੈਂਦਾ ਹੈ, ਫਿਰ ਚਿੱਤ ਦੇ ਵਿੱਚ ਪਦਾਰਥਾਂ ਦੀ ਤ੍ਰਿਸ਼ਨਾ ਦਾ ਦਖਲ ਵਧਣ ਲੱਗ ਪੈਂਦਾ ਹੈ। ਪਹਿਲਾਂ ਨੰਗਾ ਹੋ ਕੇ ਵੀ ਪੂਰਨ ਸੀ, ਹੁਣ ਢੱਕਿਆ ਰਹਿ ਕੇ ਵੀ ਅਪੂਰਨ ਹੈ। ਭਾਵ ਕਿ ਬਚਪਨ ਦੇ ਵਿੱਚ ਬੱਚੇ ਨਗਨ ਹੁੰਦੇ ਨੇ ਤਾਂ ਉਹਨਾਂ ਨੂੰ ਆਪਣੀ ਨਗਨਤਾ ਦਾ ਕੋਈ ਇੰਨਾ ਫਿਕਰ ਨਹੀਂ ਹੁੰਦਾ। ਮਤਲਬ ਉਹਨਾਂ ਦੇ ਆਤਮਿਕ ਜੀਵਨ ਦਾ, ਉਹਨਾਂ ਦੇ ਜੀਵਨ ਸਰੀਰ 'ਚ ਇੰਨਾ ਪ੍ਰਭਾਵ ਹੈ ਕਿ ਸਰੀਰ ਦੀ ਹੋਂਦ ਹੀ ਨਹੀਂ ਮਹਿਸੂਸ ਹੋ ਰਹੀ। ਪਰ ਜਿਉਂ-ਜਿਉਂ ਹੋਂਦ ਮਹਿਸੂਸ ਹੁੰਦੀ, ਉਹਦੇ ਨਾਲ ਤ੍ਰਿਸ਼ਨਾ ਵੀ ਕੁਦਰਤੀ ਪਨਪਦੀ ਹੈ ਅਤੇ ਫਿਰ ਮਨੁੱਖ ਤ੍ਰਿਸ਼ਨਾ ਤੁਰ ਹੋ ਜਾਂਦਾ ਅਤੇ ਜੀਵਨ ਭਰ ਆਪਣੇ ਜੀਵਨ ਦੇ ਅੰਦਰੂਨੀ ਲੋੜਾਂ ਨੂੰ ਤ੍ਰਿਸ਼ਨਾ ਦੇ ਰੂਪ ਵਿੱਚ ਪੂਰਾ ਕਰਦਾ ਰਹਿੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕੀਚੜ ਆਟਾ ਗਿਰ ਭਰਿਆ ਕਿਛੂ ਨ ਆਇਓ ਹਾਥ। ਭਾਵ ਕਿ ਸਮੁੱਚਾ ਜੀਵਨ ਇਹਦੇ ਵਿੱਚ ਵਹਿ ਗਿਆ। ਇਸ ਕਰਕੇ ਅਸੀਂ ਆਨੰਦ ਸਾਹਿਬ ਦੀ ਬਾਣੀ 'ਚ ਨਾ ਵਾਕ ਪੜ੍ਹਦੇ ਹਾਂ, ਉਸ ਦੇ ਵਿੱਚ ਜ਼ਿਕਰ ਆਉਂਦਾ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਰੀਰਕ ਤਲ 'ਤੇ ਮੈਲ ਦਾ ਸਾਨੂੰ ਪਤਾ ਲੱਗ ਜਾਏ ਨਾ ਤਾਂ ਤੁਰੰਤ ਇਸ਼ਨਾਨ ਦੇ ਕਰਮ ਨੂੰ ਪ੍ਰਮੁੱਖਤਾ ਦਿੰਦੇ ਹਾਂ। ਹਰ ਇੱਕ ਪੱਧਰ 'ਤੇ, ਦੰਦਾਂ ਦੇ ਪੱਧਰ 'ਤੇ ਵੱਖਰਾ, ਕੇਸਾਂ ਦੇ ਪੱਧਰ 'ਤੇ ਵੱਖਰਾ, ਪੈਰਾਂ ਹੱਥਾਂ ਦੇ ਤਲ 'ਤੇ ਵੱਖਰਾ ਵੱਖਰਾ, ਹਰ ਤਰ੍ਹਾਂ ਦੇ, ਜਿਵੇਂ ਬੜਾ ਵਿਕਸਿਤ ਹੈ ਅੱਜ ਦੇ ਸਮੇਂ ਵਿੱਚ ਇਹ ਸਾਰੀਆਂ ਚੀਜ਼ਾਂ। ਆਪਣੇ ਸਰੀਰ ਦੇ ਕਿਸੇ ਅੰਗ ਦੇ ਆਪਣੇ ਅਸੀਂ ਮੈਲ ਵਰਗਾ ਕਰਮ ਜਿਹੜਾ ਅੰਸ਼ ਨਹੀਂ ਰਹਿਣ ਦੇਣਾ ਚਾਹੁੰਦੇ, ਪਰ ਨਿਤਾ ਪ੍ਰਤੀ ਸਾਡੇ ਹਿਰਦੇ ਦੇ ਚਿੰਤਨ ਨਾਲ, ਸਾਡੇ ਮਨ ਦੇ ਖਿਆਲਾਂ ਦੇ ਨਾਲ ਕਿਤਨੀ ਮੈਲ ਸਾਡੇ ਅੰਦਰ ਸੰਗ੍ਰਹਿਤ ਹੁੰਦੀ ਰਹਿੰਦੀ ਹੈ, ਇਸ ਗੱਲ ਦਾ ਆਭਾਸ ਸਾਨੂੰ ਕਦੇ ਵੀ ਨਹੀਂ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਤਾਂ ਕਿਹਾ, ਕੀਚੜ ਆਟਾ ਗਿਰ ਭਰਿਆ, ਕਿ ਹੌਲੀ ਹੌਲੀ ਗਿਰ ਰਿਹਾ ਹੈ ਪਰ ਮਨੁੱਖ ਨੂੰ ਇਸ ਗੱਲ ਦੀ ਸੋਝੀ ਨਹੀਂ ਆ ਰਹੀ। ਫਿਰ ਇਹਦਾ ਹੁਣ ਗਿਰਨ ਦੇ ਕੀ ਲੱਛਣ ਹਨ, ਕਿਵੇਂ ਪਤਾ ਲੱਗੇ ਕਿ ਮਨੁੱਖ ਦੇ ਮਨ ਦੀ ਪਵਿੱਤਰਤਾ ਜਿਹੜੀ ਕੁਦਰਤੀ ਮਿਲੀ ਹੋਈ ਹੈ ਉਹ ਕਿਵੇਂ ਹੌਲੀ ਹੌਲੀ ਮਲੀਨ ਹੋ ਰਹੀ ਹੈ। ਤਾਂ ਉਹਦਾ ਕਾਰਨ ਹੈ ਕਿ ਮਨੁੱਖ ਦੇ ਸਮਝਣ, ਬੁੱਝਣ, ਜਾਣਨ ਦੇ ਢੰਗ ਕਿਹੋ ਜਿਹੇ ਹਨ। ਜੇ ਇਹਨਾਂ ਗੱਲਾਂ ਨੂੰ ਮਨੁੱਖ ਜਾਣ ਲਵੇ, ਮਤਲਬ ਜੇ ਮਨੁੱਖ ਦੇ ਸ਼ਰਵਣ ਦੇ ਵਿੱਚ ਵਕਾਰਾਂ ਦੀ ਪਾਹਾ ਦਾ ਜ਼ਿਕਰ ਹੈ ਤਾਂ ਯਕੀਨਨ ਇਹਦਾ ਹਿਰਦਾ ਮਲੀਨ ਹੋਏਗਾ। ਭਾਵ ਕਿ ਵਰਤਮਾਨ ਸਮੇਂ 'ਚ ਸਿਨੇਮਾ, ਟੀਵੀ ਆਦਿਕ ਦੇ ਨਾਲ ਮਨੁੱਖ ਜੁੜਦਾ ਹੈ। ਉਹਦੇ ਵਿੱਚ ਚਾਹੇ ਇਸਤਰੀ ਦਾ ਦ੍ਰਿਸ਼ ਹੋਵੇ, ਚਾਹੇ ਪੁਰਸ਼ ਦਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹਨੂੰ ਮਲੀਨਤਾ ਦੀ ਪਾਹ ਵਿੱਚ ਪਾ ਕੇ ਪਰੋਸਿਆ ਜਾਂਦਾ ਹੈ ਅਤੇ ਮਨੁੱਖ ਇਹ ਗੱਲ ਤੋਂ ਬਚ ਹੀ ਨਹੀਂ ਸਕਦਾ ਕਿ ਮੈਂ ਟੀਵੀ ਦੇ ਅੱਗੇ, ਸਿਨੇਮੇ ਅੱਗੇ ਬੈਠਾ ਹਾਂ ਅਤੇ ਮੇਰੇ ਅੰਤਰ ਨੂੰ ਵਕਾਰਾਂ ਦੀ ਮਲੀਨਤਾ ਵਾਲੀ ਪਾਹ ਨਹੀਂ ਲੱਗੀ ਹੋਈ। ਇਸ ਕਰਕੇ ਗਿਰ ਭਰਿਆ ਦਾ ਮਤਲਬ ਇਹੀ ਹੈ। ਗਿਰ ਭਰਿਆ ਦਾ ਮਤਲਬ ਹੈ ਕਿ ਸ਼ਰਵਣ ਦੁਆਰਾ, ਜਿਹੜਾ ਦ੍ਰਿਸ਼ ਦੁਆਰਾ ਆਪਣੇ ਅੰਤਰੀਵ ਨੂੰ ਮੈਲਾ ਕਰ ਰਹੇ ਹਾਂ, ਜਾਂ ਇਸ ਚੀਜ਼ ਨੇ ਕੁਦਰਤ ਨੂੰ ਹੌਲੀ ਹੌਲੀ ਦੇਖ ਕੇ, ਮਾਲਕ ਦੀ ਵਿਆਪਕਤਾ ਨੂੰ ਬੁੱਝ ਕੇ ਹੌਲੀ ਹੌਲੀ ਇਹਦੇ ਅੰਦਰ ਵਿਸਮਾਦ ਪੈਦਾ ਹੋਣਾ ਹੈ ਅਤੇ ਇਹਨੇ ਉਹਦੇ ਚੀਜ਼ਾਂ ਦੇ ਅੰਮ੍ਰਿਤਮਈ ਭਾਵ ਮੰਨਣੇ ਹਨ। ਪਰ ਜਿਹੜਾ ਇਹਨੂੰ ਵਰਤਮਾਨ ਸਮੇਂ ਦੇ ਵਿੱਚ ਸੰਗ ਕਰਕੇ ਦ੍ਰਿਸ਼ ਮਿਲ ਰਿਹਾ ਹੈ, ਜਿਹਨੂੰ ਇਹ ਆਪਣੇ ਜੀਵਨ ਦੇ ਮਨੋਰੰਜਨ ਵਜੋਂ ਲੈ ਰਿਹਾ ਹੈ, ਉਹ ਇਹਦੇ ਚਿੱਤ ਨੂੰ ਇੰਨਾ ਜ਼ਿਆਦਾ ਮਲੀਨ ਕਰ ਰਿਹਾ ਹੈ ਅਤੇ ਕਦੋਂ ਜੀਵਨ ਦੀ ਪਵਿੱਤਰਤਾ ਹੱਥੋਂ ਜਾਂਦੀ ਰਹਿੰਦੀ ਹੈ, ਕਦੋਂ ਜੀਵਨ ਦੀ ਸ਼ੁੱਧਤਾ ਮਨੁੱਖ ਦੀ ਭੰਗ ਹੋ ਜਾਂਦੀ, ਇਹਦਾ ਇਲਮ ਹੀ ਨਹੀਂ ਲੱਗਦਾ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਿਛੂ ਨਾ ਆਇਓ ਹਾਥ। ਇਸ ਕਰਕੇ ਜੀਵਨ ਦੇ ਵਿੱਚ ਜਿਹੜੇ ਮਨੁੱਖ ਸਾਧਨਾਗਤ ਹੁੰਦੇ ਨੇ, ਉਹਨਾਂ ਦਾ ਜੀਵਨ ਸੀਮਤ ਕਿਉਂ ਹੁੰਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਮੈਂ ਕੁਝ ਗੱਲਾਂ ਦੇ ਨਿਰਣੇ ਬੜੇ ਸਾਲਾਂ ਬਾਅਦ ਕਰ ਸਕਿਆ ਕਿ ਅਧਿਆਤਮਿਕ ਪੁਰਖਾਂ ਵਾਲੇ, ਜਿਹੜੇ ਅਧਿਆਤਮਿਕ ਜੀਵਨ ਵਾਲੇ ਹੁੰਦੇ ਹਨ, ਉਹਨਾਂ ਦਾ ਬਾਹਰੀ ਜੀਵਨ ਦੇ ਨਾਲੋਂ ਬਹੁਤਾ ਜਿਹੜਾ ਵਾਬਸਤਾ ਕਿਉਂ ਨਹੀਂ ਹੁੰਦਾ, ਕਿਉਂਕਿ ਬਾਹਰੀ ਜੀਵਨ ਸਾਰਾ ਉਹਨਾਂ ਨੂੰ ਮੈਲ ਦੇਣ ਵਾਲਾ ਹੈ। ਸਾਰੇ ਜੀਵਨ 'ਚ ਮੈਲ, ਅਖਬਾਰ ਦਾ ਪੜ੍ਹਨਾ, ਟੀਵੀ ਦਾ ਦੇਖਣਾ, ਵਿਅਰਥ ਦੀਆਂ ਮਜਲਸਾਂ 'ਚ ਬੈਠਣਾ, ਕਦੇ ਇੱਕ ਦਿਨ ਇਸ ਗੱਲ ਨੂੰ ਵਿਚਾਰ ਲੈਣਾ, ਸਾਰੀ ਦੀ ਸਾਰੀ ਤੁਹਾਨੂੰ ਮੈਲ ਮਿਲੇਗੀ। ਦਵੈਤ ਦੀ ਮੈਲ ਮਿਲੇਗੀ, ਦਵੈਸ਼ ਦੀ ਮੈਲ ਮਿਲੇਗੀ,
ਵਿਕਾਰਾਂ ਦੀ ਪਾਹ ਦੀ ਮੈਲ ਮਿਲੇਗੀ। ਕੋਈ ਵੀ ਐਸਾ ਨਹੀਂ, ਵਰਤਮਾਨ ਸੁਸਾਇਟੀ 'ਚ ਇਸ ਤਰ੍ਹਾਂ ਦੀ ਹੋ ਗਈ ਹੈ, ਭਾਵੇਂ ਉਹ ਅਲੀਟ ਪੜ੍ਹਿਆਂ ਲਿਖਿਆਂ ਦੀ ਹੋਵੇ ਅਤੇ ਭਾਵੇਂ ਅਨਪੜ੍ਹਾਂ ਦੀ ਹੋਵੇ, ਹੈ ਇੱਕੋ ਜਿਹੀ। ਉਹ ਪਦਾਰਥਕ ਤੌਰ 'ਤੇ ਅਸੀਂ ਫਰਕ ਕਰ ਸਕਦੇ ਹਾਂ ਜੀ, ਉਹ ਉੱਚੇ ਵੱਡੇ ਨੇ, ਅਮੀਰ ਗਰੀਬ ਨੇ, ਪੜ੍ਹੇ ਲਿਖੇ ਅਨਪੜ੍ਹ ਨੇ, ਪਰ ਵਰਤਮਾਨ ਦੇ ਵਿੱਚ ਜਿਹੜਾ ਉਹਨਾਂ ਦਾ ਅੰਦਰੂਨੀ ਜੀਵਨ ਦੀ ਮਨਸ਼ਾ ਹੈ ਉਹ ਵਿਕਾਰਾਂ ਦੀ ਪਾਹ ਵਾਲੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਗਿਰ ਭਰਿਆ, ਉਹ ਕਦੋਂ ਮਨੁੱਖ ਨੂੰ ਇਲਮ ਨਹੀਂ ਹੁੰਦਾ ਅਤੇ ਮਨੁੱਖ ਇਸ ਗੱਲ ਦੇ ਵਿੱਚ ਭਰਮਦਾ ਰਹਿੰਦਾ ਹੈ, ਕਿਛੂ ਨ ਆਇਓ ਹਾਥ। ਤਾਂ ਕਰਕੇ ਜਿਹੜੇ ਅਧਿਆਤਮਿਕ ਜੀਵਨ ਜਿਉਣ ਵਾਲੇ ਲੋਕ ਹਨ ਉਹ ਇਹਨਾਂ ਚੀਜ਼ਾਂ ਤੋਂ ਉਹ ਕੱਟਦੇ ਨਹੀਂ ਆਪਣੇ ਆਪ ਨੂੰ, ਉਹ ਕੁਦਰਤੀ ਇਹਨਾਂ ਦਾ ਵਾਵਸਤਾ ਟੁੱਟ ਜਾਂਦਾ। ਉਹਨਾਂ ਨੂੰ ਪਤਾ ਇਹਨੇ ਮੈਲ ਦੇਣੀ ਹੈ ਅਤੇ ਮੈਲ ਅਸੀਂ ਲੈਣੀ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਤਾਂ ਕਰਕੇ ਜ਼ਿਕਰ, ਹੁਣ ਮੈਂ ਇਹਦੇ ਸੰਬੰਧ ਵਿੱਚ ਜ਼ਿਕਰ ਕਰਦਾ ਕਿ ਜਦੋਂ ਬੰਦਾ ਬਾਹਰਮੁਖੀ ਹੁੰਦਾ ਹੈ ਨਾ, ਬਾਹਰਮੁਖੀ ਹੋਣ ਦੇ ਨਾਲ ਉਹਦਾ ਜੀਵਨ ਜਿਹੜਾ ਹੈ, ਉਦਾਹਰਨ ਦੇ ਤੌਰ 'ਤੇ ਅੱਖ ਨੇ ਇੱਕ ਦਫਾ ਦੇਖਣਾ ਸ਼ੁਰੂ ਕੀਤਾ, ਇੱਕ ਰੂਪ ਦੇਖਿਆ, ਇੱਕ ਆਕਾਰ ਦੇਖਿਆ, ਇੱਕ ਰੰਗ ਦੇਖਿਆ, ਦੂਜਾ ਰੰਗ ਵਾਪਰਿਆ, ਦੂਜੇ ਤੋਂ ਤੀਜਾ, ਤੀਜੇ ਤੋਂ ਸਿਲਸਿਲਾ ਚੱਲਦਾ ਕਰੋੜਾਂ ਤੱਕ ਚਲਿਆ ਜਾਂਦਾ। ਕਦੇ ਕਲਪਨਾ ਕਰਨਾ ਕਿ ਜਨਮ ਤੋਂ ਦੇਖਣਾ ਆਰੰਭ ਕੀਤਾ ਹੈ, ਅੱਜ ਜਿਤਨੀ ਵੀ ਉਮਰ ਦੇ ਪੜਾਅ 'ਤੇ ਆ ਕੇ ਚੱਲ ਰਹੇ ਹਾਂ, ਕੀ ਅਜੇ ਵੀ ਕੁਝ ਬਾਹਰ ਦੇਖਣ ਦੀ ਚਾਹਤ ਬਾਕੀ ਹੈ? ਜੇ ਚਾਹਤ ਬਾਕੀ ਹੈ ਤਾਂ ਸਮਝ ਲੈਣਾ ਅੱਖ ਦੀ ਰੌਸ਼ਨੀ ਜਿਹੜੀ ਹੈ, ਜਿਹੜੀ ਪਵਿੱਤਰ ਕਿਸਮ ਦੀ ਸੀ, ਉਹ ਜਗਤ ਦੀ ਬਾਹਰਮੁਖਤਾ ਦੇ ਵਿੱਚ ਭਰਮ ਰਹੀ ਹੈ। ਅਤੇ ਇਹ ਅੱਖ ਦਾ ਜਿਹੜਾ ਬਣਿਆ ਹੋਇਆ ਜੀਵਨ ਹੈ, ਇਹ ਕਿਤੇ ਸਾਨੂੰ ਵਾਸਨਾ ਦੀ ਖਾਈ ਵਿੱਚ ਗਹਿਰਾ ਜਾ ਸੁੱਟੇਗਾ। ਇਸ ਕਰਕੇ ਬੰਦੇ ਨੇਤਰ ਬੰਦ ਕਰਦੇ ਨੇ, ਕਾਹਲੀ ਪੈਣ ਲੱਗ ਪੈਂਦੀ ਉਹਨਾਂ ਨੂੰ। ਉਹਨਾਂ ਦੇ ਅੰਦਰ ਦਾ ਜਿਹੜਾ ਵਿਕਾਰੀ ਵਰਲਡ ਹੈ ਜਿਹੜਾ, ਉਹ ਅਸ਼ਾਂਤ ਹੈ ਅਤੇ ਉਹ ਉਹਨਾਂ ਦੇ ਅੰਦਰ ਦੀ ਬਣੀ ਹੋਈ ਐਨਰਜੀ ਨੂੰ ਕਦੇ ਵੀ ਉਹਨਾਂ ਦੇ ਪਵਿੱਤਰ ਕਿਸਮ ਵੱਲ ਨਹੀਂ ਜਾਣ ਦੇਵੇਗਾ। ਇਹਨਾਂ ਚੀਜ਼ਾਂ ਦੇ ਬੜੇ ਗਹਿਰੇ ਅਰਥ ਹਨ ਕਿ ਬੰਦੇ ਟਿਕ ਕੇ ਕਿਉਂ ਨਹੀਂ ਬੈਠਦੇ, ਜਾਂ ਬੰਦਿਆਂ ਦੇ ਜੀਵਨ 'ਚ ਬਿਲਕੁਲ ਇੱਕ ਤਰ੍ਹਾਂ ਦੀ ਖਾਸ ਕਿਸਮ ਦੀ ਬਿਲਕੁਲ ਚੁੱਪ ਕਿਉਂ ਨਹੀਂ ਆਉਂਦੀ। ਉਹਦਾ ਕਾਰਨ ਇਹ ਹੈ ਕਿ ਉਹਨੇ ਆਪਣੇ ਅੰਤਰੀਵ ਨੂੰ, ਉਦਾਹਰਨ ਦੇ ਤੌਰ 'ਤੇ ਇਸ ਗੱਲ ਦਾ ਜ਼ਿਕਰ ਸਰਲ ਸਮਝ ਲਈਏ, ਜਿਹੜੀ ਬਾਡੀ ਹੈ, ਬਾਡੀ ਦਾ ਜੀਵਨ ਬੰਦੇ ਨੂੰ ਕਿਵੇਂ ਅਸ਼ਾਂਤ ਕਰ ਦਿੰਦਾ ਹੈ। 2, 3, 4 ਸਾਲ ਬੱਚਾ ਘਰ ਦੇ ਵਿੱਚ ਗੁਜ਼ਾਰਦਾ, ਹੱਸਣ ਖੇਡਣ ਦੇ, ਖਾਣ ਪੀਣ ਪਹਿਨਣ ਦੇ ਆਪਣੇ ਕਰਮ ਕਰਦਾ ਰਹਿੰਦਾ, ਕੋਈ ਖਾਸ ਤਰ੍ਹਾਂ ਦਾ ਉਹਨੂੰ ਬੈਠ ਕਰਨਾ ਨਹੀਂ ਪੈਂਦਾ। ਹੁਣ ਉਹਦੀ ਰੋਜ਼ ਰੋਜ਼ ਦੇ ਕਰਮ ਕਰਕੇ ਉਹਦੀ ਬਾਡੀ ਦਾ ਸੁਭਾਅ ਬਣ ਗਿਆ ਅਤੇ ਬਾਡੀ ਨੇ ਉਹਦਾ ਮਨ ਵੀ ਇੰਝ ਦਾ ਬਣਾ ਦਿੱਤਾ ਅਤੇ ਮਨ ਨੇ ਬੁੱਧੀ ਨੂੰ ਵੀ ਸਹਿਮਤ ਕਰ ਲਿਆ ਹੈ। ਜਿਸ ਦਿਨ ਉਹਨੂੰ ਕੁਝ ਘੰਟੇ ਬੈਠਣ ਦੇ ਲਈ ਕਿਹਾ ਜਾਂਦਾ, ਉਸ ਦਿਨ ਹੀ ਉਹ ਆਪਣਾ ਇਤਰਾਜ਼ ਜ਼ਾਹਰ ਕਰਦਾ, ਚਾਹੇ ਰੋਣ ਦੇ ਰੂਪ ਵਿੱਚ, ਚਾਹੇ ਕਿਸੇ ਵੀ ਰੂਪ 'ਚ ਜ਼ਾਹਰ ਕਰੇ। ਇੰਝ ਹੀ ਜਦੋਂ ਮਨੁੱਖ ਸਤਸੰਗਤ ਵਿੱਚ ਨਹੀਂ ਬੈਠ ਸਕਦੇ, ਜਦੋਂ ਉਹਨਾਂ ਦੀ ਸਤਸੰਗਤ ਵਿਚਲੀ ਚੱਲ ਰਹੀ ਕੀਰਤਨ ਦੇ ਰਸ ਨਾਲ, ਕਥਾ ਦੀ ਗਹਿਰਾਈ ਨਾਲ ਉਹਨਾਂ ਦੀ ਤਾਲਮੇਲ ਨਹੀਂ ਬਣਦਾ, ਇੱਕ ਸੁਰਤਾ ਨਹੀਂ ਬਣਦੀ, ਤਾਂ ਇਹ ਕਥਾ ਕੀਰਤਨ ਦੀ ਕਮਜ਼ੋਰੀ ਨਹੀਂ, ਕਮਜ਼ੋਰੀ ਖੁਦ ਬ ਖੁਦ ਦੇ ਵਿੱਚ ਹੈ ਕਿ ਹੁਣ ਸਾਰੀ ਜ਼ਿੰਦਗੀ ਵਿਖਿਆ ਭਰੇ ਗੀਤ ਸੁਣੇ ਨੇ, ਜਦੋਂ ਗਿਆਨ ਦੀ ਵਿਚਾਰ ਜੀਵਨ ਦੀ ਪਵਿੱਤਰਤਾ ਵੱਲ ਲਿਆਉਂਦੀ ਹੈ, ਉਦੋਂ ਆਪਣੇ ਪੂਰਵਲਾ ਅਭਿਆਸ ਚੇਤੇ ਆਉਂਦਾ ਹੈ ਅਤੇ ਉੱਥੇ ਮਨੁੱਖ ਦੇ ਅੰਦਰ ਕਸ਼ਮਕਸ਼ ਪੈਦਾ ਹੋਣੀ ਸ਼ੁਰੂ ਹੋ ਜਾਂਦੀ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਗਿਰ ਭਰਿਆ, ਪਤਾ ਨਹੀਂ ਲੱਗਦਾ ਕਦੋਂ ਜੀਵਨ ਦੇ ਪਵਿੱਤਰ ਹਿੱਸੇ ਮਲੀਨ ਹੋ ਜਾਂਦੇ ਹਨ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਛੂ ਨਾ ਆਇਓ ਹਾਥ, ਫਿਰ ਕੁਝ ਵੀ ਨਹੀਂ ਬਚਦਾ, ਫਿਰ ਮਨੁੱਖ ਦੇ ਕੋਲੋਂ ਕੁਝ ਵੀ ਨਹੀਂ ਬਚਦਾ ਜਦੋਂ ਜੀਵਨ ਦਾ ਸਾਰਾ ਜੀਵਨ ਅਪਵਿੱਤਰ ਕਰ ਛੱਡਿਆ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਾ ਇੱਕ ਅਨੁਭਵ ਹੋਰ ਹੈ। ਜੀਵਨ ਦੀਆਂ 3 ਨਿਰਮੋਲਕ ਅਵਸਥਾਵਾਂ ਨੇ, ਬਚਪਨ, ਜਵਾਨੀ ਅਤੇ ਬਿਰਧ। ਹੁਣ ਉਦਾਹਰਨ ਦੇ ਤੌਰ 'ਤੇ ਬਚਪਨ ਦੀ ਅਵਸਥਾ ਖਾਣ ਪੀਣ ਦੇ ਤੱਕ ਸੀਮਿਤ ਰਹਿੰਦੀ ਹੈ, ਵੱਧ ਤੋਂ ਵੱਧ ਪਹਿਨਣ ਤੱਕ। ਜਵਾਨੀ ਦੇ ਵਿੱਚ ਸਰੀਰ ਦੇ ਬਲ ਦਾ ਬੋਧ ਹੋ ਜਾਂਦਾ, ਵਿਸ਼ਿਆਂ ਦਾ ਦਖਲ ਹੋ ਜਾਂਦਾ ਹੈ, ਅਤੇ ਜੌਬਨ ਅਵਸਥਾ ਜਿਹੜੀ ਮਨੁੱਖ ਦੀ ਵਕਾਰੀ ਤਲ ਦੀ ਤਰਫ ਬੀਤਦੀ ਹੈ। ਅਤੇ ਜੀਵਨ ਦੀ ਤੀਸਰੀ ਅਵਸਥਾ ਬਿਰਧ ਹੈ, ਸਰੀਰ ਦਾ ਬਲ ਢਲ ਜਾਂਦਾ ਹੈ, ਆਪਣੇ ਕੀਤੇ ਹੋਏ ਕਰਮਾਂ ਦਾ ਜਦ ਸਿਮਰਤੀ ਮੁੜ ਮੁੜ ਉੱਧਰ ਜਾਂਦੀ ਹੈ ਤਾਂ ਮਨੁੱਖ ਪਛੇਮਾਨ ਹੋ ਜਾਂਦਾ ਹੈ, ਆਪਣੇ ਜੀਵਨ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੀਚੜ ਆਟਾ ਗਿਰ ਭਰਿਆ। ਜੀਵਨ ਦੀਆਂ 3 ਨਿਰਮੋਲਕ ਅਵਸਥਾਵਾਂ ਸਨ, 3 ਭਜਨ ਦਾ ਕਰਮ ਕੀਤੇ ਬਿਨਾਂ, ਅਧਿਆਤਮਿਕ ਸਾਧਨਾ ਕੀਤੇ ਬਿਨਾਂ, ਗਿਆਨ ਦੀ ਵਿਚਾਰਨ ਦੇ ਨਾਲ ਸਵਾਰਨ ਤੋਂ ਬਿਨਾਂ ਕਹਿੰਦੇ ਗਿਰ ਗਈਆਂ ਹਨ। ਕਿਛੂ ਨਾ ਆਇਓ ਹਾਥ, ਹੁਣ ਗਿਣਤੀ ਕਰਨ ਦੇ ਲਈ ਬਚਿਆ ਹੀ ਨਹੀਂ ਕਿ ਬਚਪਨ ਦੇ ਸਾਲ ਪ੍ਰਭੂ ਦੀ ਯਾਦ ਦੀ ਤਰਫ ਲਗਾਏ। ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਚੇਤ ਕਰਦੇ ਹਨ
ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਹੁਣ ਅੱਜ ਅਸੀਂ ਆਪਣੇ ਜੀਵਨ ਦਾ ਵਿਸ਼ਲੇਸ਼ਣ ਕਰੀਏ, ਅਸੀਂ ਕਿਹੜੀ ਅਵਸਥਾ ਨੂੰ ਕਮਾਲ ਗਿਣ ਸਕਦੇ ਹਾਂ। ਉਦਾਹਰਨ ਦੇ ਤੌਰ 'ਤੇ ਬਚਪਨ ਦੀ ਅਵਸਥਾ ਦੀ ਸੰਭਾਲ ਮਾਤਾ ਪਿਤਾ ਨੇ ਕਰਵਾਉਣੀ ਹੈ। ਮਾਤਾ ਪਿਤਾ ਖੁਦ ਬੰਦਗੀ ਦੇ ਦਰਸ਼ ਤੋਂ ਵਿਹੂਣਾ ਹੈ, ਉਹ ਬੱਚੇ ਨੂੰ ਬੰਦਗੀ ਦੇ ਸੰਸਕਾਰ ਕਿੱਥੋਂ ਦੇ ਸਕੇਗਾ। ਜੋਬਨ ਅਵਸਥਾ ਦੇ ਵਿੱਚ ਮਾਤਾ ਪਿਤਾ ਨੇ ਜਿਸ ਗਿਆਨ ਦੇ ਤੇਜ ਨਾਲ ਬੱਚੇ ਦੇ ਜੀਵਨ ਨੂੰ ਸ਼ੁੱਧਤਾ 'ਚ ਰੱਖਣਾ ਹੈ, ਉਸ ਤਲ 'ਤੇ ਮਾਤਾ ਪਿਤਾ ਆਪ ਹੀ ਮਾਨਸਿਕ ਬੌਧਿਕ ਦਵੰਦਾਂ ਦਾ ਸ਼ਿਕਾਰ ਹੈ। ਬੱਚੇ ਦੀ ਗਿਆਨ ਰੂਪ ਪਰਵਰਿਸ਼ ਕੀ ਕਰੇਗਾ। ਇਸ ਕਰਕੇ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਬਣਦਾ, ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੀਚੜ ਆਟਾ ਗਿਰ ਭਰਿਆ। ਇਹ ਤਿੰਨੇ ਜੀਵਨ ਦੀਆਂ ਨਿਰਮੋਲਕ ਅਵਸਥਾਵਾਂ ਜੀਵਨ ਦੀ ਗਿਰਾਵਟ ਵਾਲੇ ਤਰਫ ਜਾ ਚੁੱਕੀਆਂ ਹਨ। ਕਿਛੂ ਨ ਆਇਓ ਹਾਥ, ਕਹਿੰਦੇ ਕੁਝ ਵੀ ਪਵਿੱਤਰ ਕਿਸਮ ਦਾ ਹੱਥ ਨਹੀਂ ਆ ਰਿਹਾ। ਅੱਗੇ ਜ਼ਿਕਰ ਕਰਦੇ ਹਨ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਹੁਣ ਜਿਸ ਇਸਤਰੀ ਦਾ ਆਟਾ ਚਿੱਕੜ ਵਿੱਚ ਗਿਰ ਗਿਆ, ਪਹਿਲਾਂ ਤਾਂ ਦੁੱਖ ਹੋਇਆ ਹੋਏਗਾ ਕਿ ਇਹ ਸਾਰਾ ਆਟਾ ਚਿੱਕੜ ਵਿੱਚ ਗਿਰ ਗਿਆ, ਕਿਸੇ ਕੰਮ ਦਾ ਨਹੀਂ ਰਿਹਾ। ਅਤੇ ਫਿਰ ਜਦੋਂ ਮਨ ਨੂੰ ਥੋੜ੍ਹਾ ਆਸਰਾ ਜਿਹਾ ਦੇਣਾ ਹੈ, ਕਹਿਣਾ ਕਿ ਫਿਰ ਚਲੋ ਕੋਈ ਨਾ, ਕੋਈ 100 ਗ੍ਰਾਮ ਦਾਣੇ ਤਾਂ ਚੱਬ ਲਏ ਸੀ ਜਦੋਂ ਪੀ ਰਹੇ ਸਾਂ, ਉਹੀ ਸਹੀ ਫਿਰ ਜੋ ਸਾਡੇ ਕਰਮ 'ਚ ਹੈ। ਇਸੇ ਤਰ੍ਹਾਂ ਫਿਰ ਮਨੁੱਖ ਜਦੋਂ ਆਪਣੇ ਜੀਵਨ ਨੂੰ ਸੰਭਾਲ ਨਹੀਂ ਕਰਦਾ, ਤਾਂ ਜੀਵਨ ਉਹਦਾ ਆਸਾ ਮਨਸਾ ਤ੍ਰਿਸ਼ਨਾ ਵਾਸਨਾ ਦੇ ਵਹਿਣ ਵਿੱਚ ਗਰਕ ਹੋ ਜਾਂਦਾ ਹੈ। ਤਾਂ ਫਿਰ ਉਹਨੂੰ ਆਪਣੇ ਜੀਵਨ ਦੇ ਕੁਝ ਪਲ ਸਕੂਨ ਦਿੰਦੇ ਹਨ। ਪੀਸਤ ਪੀਸਤ ਚਾਬਿਆ, ਬਚਪਨ ਦੇ ਵਿੱਚ ਕਿਸੇ ਇੱਕ ਦਫਾ ਸਾਧ ਪੁਰਖਾਂ ਦਾ ਸੰਗ ਕਰ ਲਿਆ, ਜੋਬਨ ਦੇ ਵਿੱਚ ਕਿਤੇ ਕੁਦਰਤੀ ਇੱਕ ਸੁਭਾਗ ਮਿਲ ਗਿਆ, ਕਿਸੇ ਉੱਤਮ ਸਭਾ ਵਿੱਚ ਬੈਠ ਗਏ, ਬ੍ਰਿਧ ਅਵਸਥਾ ਦੇ ਵਿੱਚ ਕੁਝ ਦਿਨ ਮਿਲ ਗਏ, ਸੰਗਤ ਵਿੱਚ ਜਾ ਬੈਠੇ। ਇਹੀ ਕੁਝ ਕੁ ਕਰਮ ਹਨ ਜਿਹੜੇ ਮਨੁੱਖ ਨੂੰ ਸਕੂਨ ਪ੍ਰਦਾਨ ਕਰਦੇ ਹਨ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀਸਤ ਪੀਸਤ ਚਾਬਿਆ। ਇਸ ਕਰਕੇ ਪੀਂਹਦਿਆਂ ਪੀਂਹਦਿਆਂ ਜਿਹੜਾ ਚੱਬਣ ਕਰਕੇ ਕੁਝ ਭੁੰਚ ਲਿਆ, ਉਹੀ ਚੰਗਾ। ਭਾਵ ਕਿ ਜੋਬਨ ਜਵਾਨੀ ਬ੍ਰਿਧ ਅਵਸਥਾ ਦੇ ਇਹਨਾਂ ਤਿੰਨਾਂ ਅਮੋਲਕ ਸਮਿਆਂ ਦੇ ਵਿੱਚੋਂ ਜਿਹੜੇ ਕਰਮ ਕਰਕੇ, ਸ਼ੁਭ ਕਰਮ ਕਰਕੇ, ਬੰਦਗੀ ਦੇ ਨਾਲ ਕਰਮ ਕਰ ਲਏ, ਉਹੀ ਸਾਡੇ ਸਾਥ ਹਨ। ਬਾਕੀ ਸਾਡੀ ਜੇਹ ਦਾ ਜੀਵਨ ਜਿਹੜਾ ਹੈ ਉਹ ਵਿਅਰਥ ਚਲਿਆ ਜਾਂਦਾ। ਇਸ ਕਰਕੇ ਬਾਣੀ 'ਚ ਵਾਕ ਆਉਂਦੇ ਨੇ, ਖੇਦ ਪਇਓ ਬੇਗਾਰੀ ਨਿਆਈ ਘਰ ਕਹਿ ਕਾਮ ਨਾ ਆਇਆ। ਅਸੀਂ ਜੀਵਨ ਦੇ ਵਿੱਚ ਨਾ, ਮੈਂ ਇਸ ਗੱਲ ਕੁਝ ਪਿਛਲੇ ਦਫਾ ਦਿਨਾਂ ਤੋਂ ਵਿਚਾਰ ਰਿਹਾ ਕਿ ਗੁਲਾਮ ਦੀ ਟਰਮ ਕੀ ਹੁੰਦੀ। ਅਸੀਂ ਆਮ ਕਰਕੇ ਨਾ, ਕਈ ਬੰਦੇ ਕਿਸੇ ਕੋਲੋਂ ਵਾਕ ਸੁਣਨ ਨੂੰ ਮਿਲੇ ਸਨ, ਕਹਿੰਦਾ ਮੈਂ ਜ਼ਿੰਦਗੀ 'ਚ ਇੱਕ ਦਫਾ ਗੁਲਾਮੀ ਨਹੀਂ ਕੀਤੀ, ਕਦੀ ਕਿਸੇ ਦੀ ਇੱਕ ਸਕਿੰਟ ਦੀ ਗੁਲਾਮੀ ਨਹੀਂ ਕੀਤੀ। ਉਸ ਵਾਕ ਨੇ ਬੜਾ ਸੋਚਣ 'ਤੇ ਮਜਬੂਰ ਕੀਤਾ। ਗੁਲਾਮੀ ਦੀ ਅਰਥ ਹੈ ਇਸ ਸ੍ਰਿਸ਼ਟੀ ਦੇ ਵਿੱਚੋਂ ਅਨਾਜ ਲਿਆ, ਅਨਾਜ ਕਰਕੇ ਸਰੀਰ ਦੀ ਊਰਜਾ ਬਣੀ ਹੈ, ਪਰ ਇਸ ਊਰਜਾ ਦਾ ਭੁਗਤਾਨ ਜਾਂ ਤਾਂ ਵਕਾਰਾਂ ਦੇ ਭੋਗੀ ਕਿਸਮ ਦੇ ਯਤਨ ਕਰਨ ਵੱਲ ਪੂਰਾ ਕੀਤਾ ਜਾ ਰਿਹਾ ਹੈ, ਜਾਂ ਪਰਿਵਾਰ ਦੀਆਂ ਜਿਹੜੀਆਂ ਬੱਧਾ ਚੱਟੀ ਭਰੇ ਵਾਲੀਆਂ ਕਿਰਿਆਵਾਂ ਹਨ ਉਹਨਾਂ ਦੀ ਤਰਫ ਲਗਾਇਆ ਜਾ ਰਿਹਾ। ਆਪਣੀ ਹੀ ਐਨਰਜੀ ਨੂੰ ਆਪਣੇ ਜੀਵਨ ਦੀ ਪਵਿੱਤਰਤਾ ਕਮਾਉਣ ਲਈ ਨਹੀਂ ਲਗਾਇਆ ਜਾ ਰਿਹਾ। ਇਸ ਤਰ੍ਹਾਂ ਦਾ ਜੀਵਨ ਜਿਉਣ ਵਾਲਾ ਬੰਦਾ ਆਪਣੇ ਆਪ ਨੂੰ ਗੁਲਾਮ ਨਹੀਂ ਮੰਨਦਾ, ਤਾਂ ਇਹ ਉਹਦਾ ਹੀ ਅਣਜਾਣਤਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਸੋਈ ਨਿਭਿਆ ਸਾਥ। ਹੁਣ ਸਾਨੂੰ ਇਸ ਗੱਲ ਨੂੰ ਦੀਰਘਤਾ ਨਾਲ ਵਾਚਣਾ ਚਾਹੀਦਾ ਕਿ ਸਾਡੇ ਜੀਵਨ ਦੀਆਂ ਜਿਹੜੀਆਂ ਅਵਸਥਾਵਾਂ ਹਨ, ਕਿੰਨੀਆਂ ਕੁ ਅਵਸਥਾਵਾਂ ਨੂੰ ਬੰਦਗੀ ਦੇ ਧਨ ਨਾਲ ਭਰਿਆ ਹੈ, ਜਾਂ ਜੀਵਨ ਦੀ ਕਿਹੜੀ ਅਵਸਥਾ ਦੇ ਵਿੱਚ ਵਧੀਕ ਕਮਾਈ ਕੀਤੀ ਹੈ। ਔਰ ਇੱਕ ਗੱਲ ਜਾਣ ਲੈਣਾ, ਬੰਦਾ ਜਿਹੜੀ ਧਨ ਦੀ ਕਮਾਈ ਹੈ ਨਾ, ਵੱਧ ਤੋਂ ਵੱਧ ਜਦੋਂ ਤੱਕ ਸਰੀਰ ਸਾਥ ਦਿੰਦਾ ਹੈ ਉਦੋਂ ਤੱਕ ਕਰ ਸਕਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਮਨੁੱਖ ਨੌਕਰੀ ਕਰਦਾ, ਤਾਂ ਜਿਹੜਾ ਪ੍ਰਬੰਧ ਹੈ ਉਹਨੇ ਇੱਕ ਸੀਮਾ ਰੱਖੀ ਹੋਈ ਹੈ 50-60 ਸਾਲ। ਉਸ ਤੋਂ ਬਾਅਦ ਉਹ ਆਗਿਆ ਨਹੀਂ ਦਿੰਦੇ, ਉਹਨਾਂ ਨੂੰ ਪਤਾ ਇਹਦੇ ਸਰੀਰ ਦਾ ਬਲ ਬਾਕੀ ਨਹੀਂ ਹੈ। ਪਰ ਅਧਿਆਤਮ ਐਸੀ ਚੀਜ਼ ਹੈ ਕਿ ਜੀਵਨ ਦੇ ਅੰਤਮ ਪਲ ਤੱਕ ਵੀ ਇਹਦੀ ਸਾਧਨਾ ਕੀਤੀ ਜਾ ਸਕਦੀ ਹੈ, ਪਰ ਜੇ ਮਨੁੱਖ ਨੂੰ ਕਰਨ ਦਾ ਹੁਨਰ ਹੋਵੇ। ਇਸ ਕਰਕੇ ਪਰ ਗੱਲ ਕੀ ਹੈ, ਹੁਨਰ ਸਿੱਖਿਆ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਕਦੇ ਕੁਝ ਘੰਟੇ ਬੈਠ ਕੇ ਜੀਵਨ ਦੀ ਵਿਚਾਰ ਹੀ ਨਹੀਂ ਕੀਤੀ ਕਿ ਜੀਵਨ ਕਿਸ ਤਰਫ ਜਾ ਰਿਹਾ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਵਾਕ ਬੜੇ ਗਹਿਰੇ ਹਨ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਨਾਹੇ ਕਛ ਕਰੈ ਛੁਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਕਿ ਜੀਵਨ ਕਿੱਥੇ ਫਸਿਆ ਪਿਆ, ਇਸ ਗੱਲ ਦਾ ਕਦੇ ਨਿਰਣਾ ਹੀ ਨਹੀਂ ਕੀਤਾ।
ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋਈ ਨਿਭਿਆ ਸਾਥ। ਕਹਿੰਦੇ ਇਸ ਗੱਲ ਦਾ ਪ੍ਰਮਾਣ ਆਪਦੇ ਸਨਮੁਖ ਰੱਖਦੇ, ਕੋਈ ਵਪਾਰੀ ਆਪਣੇ ਘਰੋਂ ਬੜੀ ਅਮੋਲ ਕਰਾਸ ਲੈ ਕੇ ਤੁਰਿਆ, ਕਾਫੀ ਮੋਹਰਾਂ ਆਦਿਕ ਲੈ ਕੇ ਤੁਰਿਆ। ਉਹਨਾਂ ਮੋਹਰਾਂ ਦੇ ਵਿੱਚ ਇੱਕ ਅਮੋਲਕ ਹੀਰਾ ਵੀ ਸੀ। ਤਾਂ ਜਦੋਂ ਕਿਤੇ ਰਾਤ ਕਿਸੇ ਸਰਾਂ ਦੇ ਵਿੱਚ ਠਹਿਰਿਆ ਕਿ ਜਿਸ ਦੇਸ਼ ਚੱਲਿਆ ਸੀ ਵਪਾਰ ਆਦਿਕ ਕਰਨ, ਉਸ ਸਰਾਂ ਦੇ ਵਿੱਚ ਉਹਦੀ ਜਿਹੜੀ ਪੋਟਲੀ ਸੀ ਮੋਹਰਾਂ ਵਾਲੀ ਉਹ ਚੋਰੀ ਹੋ ਗਈ, ਕਿਸੇ ਨੇ ਹਥਿਆਰ ਲਈ ਕਿਸੇ ਢੰਗ ਨਾਲ। ਸਵੇਰੇ ਵੇਲੇ ਉੱਠ ਕੇ ਜਾਗਿਆ ਅਤੇ ਦੇਖਿਆ ਕਿ ਮੋਹਰਾਂ ਦੀ ਜਿਹੜੀ ਪੋਟਲੀ ਮੇਰੇ ਕੋਲ ਨਹੀਂ ਹੈ। ਬੜਾ ਪਰੇਸ਼ਾਨ ਹੋਇਆ। ਫਿਰ ਉਸਨੇ ਦੇਖਿਆ ਕਿ ਨਿਕਟ ਕੋਈ ਵਸਤੂ ਪਈ ਹੋਈ ਹੈ, ਕੂੜੇ ਆਦਿਕ ਦੇ ਵਿੱਚੋਂ ਚਮਕ ਰਹੀ ਹੈ। ਜਦੋਂ ਉਹਨੇ ਗੌਰ ਨਾਲ ਜਾ ਕੇ ਦੇਖਿਆ ਤਾਂ ਉਹਨੂੰ ਗਿਆਨ ਪਤਾ ਲੱਗਿਆ ਇਹ ਤਾਂ ਉਹੀ ਇੱਕ ਹੀਰਾ ਸੀ ਜਿਹੜਾ ਉਹਨਾਂ ਮੋਹਰਾਂ ਵਿੱਚ ਰੱਖਿਆ ਸੀ। ਉਹਨੂੰ ਉਠਾ ਕੇ ਉਹਨੂੰ ਵਾਹ ਕਹਿੰਦਿਆਂ ਕਹਿਣ ਲੱਗਾ, ਚੰਗਾ ਹੋਇਆ ਤੇਰੀ ਪਰਖ ਜੌਹਰੀਆਂ ਨੂੰ ਹੈ। ਜੇ ਚੋਰਾਂ ਨੂੰ ਵੀ ਹੁੰਦੀ ਤਾਂ ਤੂੰ ਮੇਰੇ ਹੱਥੋਂ ਚਲਿਆ ਜਾਂਦਾ ਤੇ ਮੈਂ ਸੱਚਮੁੱਚ ਦੇ ਵਿੱਚ ਕੰਗਾਲ ਹੋ ਜਾਂਦਾ। ਇਸ ਗੱਲ ਦੇ ਅਧਿਆਤਮਿਕ ਅਰਥ ਸਿਆਣੇ ਪੁਰਖਾਂ ਨੇ ਇਹ ਘੜੇ ਨੇ ਕਿ ਜੇ ਮੰਨ ਲਓ ਜੀਵਨ ਦਾ ਧਨ ਪ੍ਰਸਿੱਧੀ ਜਾਂ ਜੀਵਨ ਦਾ ਬਾਕੀ ਤਾਣ ਚਲਿਆ ਵੀ ਗਿਆ ਅਤੇ ਜੇ ਮਨੁੱਖਾ ਜੀਵਨ ਦੇ ਉੱਤਮ ਹੋਣ ਦੀ ਸੋਝੀ ਸਾਡੇ ਕੋਲੋਂ ਬਾਕੀ ਬਚ ਜਾਏ ਤਾਂ ਵੀ ਚੰਗਾ ਹੈ। ਪਰਿਵਾਰ ਤੁਹਾਡੇ ਕੋਲੋਂ ਧਨ ਲੈ ਲਏਗਾ, ਤੁਹਾਨੂੰ 70 ਸਾਲ ਦੇ ਹੋ ਕੇ ਵੀ ਆਪਣੇ ਪੋਤਰਿਆਂ ਦੀ ਪਰਵਰਿਸ਼ ਦੇ ਗੁਲਾਮ ਬਣਾ ਛੱਡੇਗਾ, ਪਰ ਤੁਹਾਡਾ ਚਿੱਤ ਜਿਹੜਾ ਗੁਰੂ ਸ਼ਬਦ ਵੱਲ ਜੁੜਿਆ ਇਹਨੂੰ ਕਿਸੇ ਢੰਗ ਦੇ ਨਾਲ ਵੀ ਨਹੀਂ ਵੱਖ ਕਰ ਸਕਦਾ। ਇਹਦੀ ਰਮਜ ਕੱਲ੍ਹ ਸੀ, ਹਾਥ ਪਾਓ ਕਰ ਕਾਮ ਸਭ ਜੀਤ ਨਿਰੰਜਨ। ਨਾਲ ਪਰਿਵਾਰ ਨੂੰ ਤੁਹਾਡੀ ਬਾਡੀ ਚਾਹੀਦੀ ਹੈ, ਬਾਡੀ ਦਾ ਫੋਰਸ ਚਾਹੀਦਾ, ਦੇਈ ਜਾਓ, ਪਰ ਜਿਹੜਾ ਆਪਣਾ ਚਿੱਤ ਹੈ, ਆਪਣਾ ਮਨ ਹੈ, ਆਪਣੇ ਜੀਵਨ ਦੀ ਸਿਮਰਤੀ ਹੈ, ਉਹ ਗੁਰੂ ਦੀ ਤਰਫ ਲਗਾਈ ਰੱਖੋ। ਜੀਵਨ ਜਿਉਣਾ ਸਹਿਲ ਵੀ ਹੈ, ਪਰ ਜਦੋਂ ਹੁਨਰ ਨਹੀਂ ਸਿੱਖਣੇ ਉਦੋਂ ਜੀਵਨ ਵਿਖਮ ਹੋ ਜਾਂਦਾ। ਹੁਣ ਉਦਾਹਰਨ ਦੇ ਤੌਰ 'ਤੇ ਕੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਰਿਵਾਰ ਦੀ ਪਰਵਰਿਸ਼ ਨਹੀਂ ਕੀਤੀ? ਕੀ ਉਹਨਾਂ ਨੇ ਖੇਤੀ ਦੇ ਕਰਮ ਨੂੰ ਨਿਭਾ ਕੇ ਮਾਨਵਤਾ ਦਾ ਕਲਿਆਣ ਨਹੀਂ ਕੀਤਾ? ਸਾਰੇ ਗੁਰੂ ਸਾਹਿਬਾਨਾਂ ਨੇ ਕੀਤਾ, ਪਰ ਕੀ ਉਹ ਗ੍ਰਸਤ ਨੂੰ ਨਿਭਾਉਂਦਿਆਂ ਜਾਂ ਜੀਵਨ ਦੀ ਬਾਹਰੀ ਕਾਰ ਨਿਭਾਉਂਦਿਆਂ ਉਹਦੇ ਵਿੱਚ ਗੁਲਾਮ ਰਹੇ ਜਾਂ ਉਹਦੇ ਤੱਕ ਸੀਮਤ ਰਹੇ? ਨਹੀਂ, ਉਹਨਾਂ ਦਾ ਜੀਵਨ ਉਹਨਾਂ ਤੋਂ ਕਿਤੇ ਉਚੇਰਾ ਵਿਚਰਦਾ ਰਿਹਾ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਵੈਸੇ ਵੀ ਸਾਨੂੰ ਸਿਧਾਂਤ ਦੱਸਿਆ ਕਿ ਜਿਵੇਂ ਮੁਰਗਾਬੀ ਪੰਖ ਨਹੀਂ ਭਿੱਜਣ ਦਿੰਦੀ ਉਵੇਂ ਆਪਣਾ ਆਪ ਨਹੀਂ ਭਿੱਜਣ ਦੇਣਾ। ਗੱਲ ਕੀ ਹੈ ਕਿ ਉਹਦਾ ਹੁਨਰ ਸਿੱਖਣਾ ਪੈਂਦਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋਈ ਨਿਭਿਆ ਸਾਥ। ਜਿਹੜੀ ਕੋਈ ਅਵਸਥਾ ਨੂੰ ਅਸੀਂ ਆਪਣੀ ਬੰਦਗੀ ਦੇ ਨਾਲ ਚਾਰਜਡ ਕਰ ਲੈਂਦੇ ਉਹੀ ਸਾਡੇ ਜੀਵਨ ਦੀ ਅਮੋਲਕ ਬਣਦੀ ਹੈ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੈ। ਕਿਸੇ ਸਭਾ ਦੇ ਵਿੱਚ ਬੜੀ ਵੱਡੀ ਬਹਿਸ ਹੋਈ ਜੀ। ਹੁਣ ਤੱਕ ਇੰਨੇ ਅਧਿਆਤਮਿਕ ਪੁਰਖ ਆਏ, ਇੰਨੇ ਸਿਆਣੇ ਲੋਕ ਦੁਨੀਆ 'ਤੇ ਆਏ, ਇੰਨਾ ਜ਼ਿਆਦਾ ਗਿਆਨ ਦਾ ਪਸਾਰ ਹੈ, ਇਤਨਾ ਜ਼ਿਆਦਾ ਮਨੁੱਖ ਦੇ ਜੀਵਨ ਨੂੰ ਸੁਚੱਜਾ ਬਣਾਉਣ ਦੇ ਲਈ ਲਿਖਿਆ ਬੋਲਿਆ ਜਾਂਦਾ ਹੈ, ਪਰ ਫਿਰ ਮਨੁੱਖ ਪਾਪ, ਅਵਗੁਣ, ਗੁਨਾਹ, ਅਪਵਿੱਤਰਤਾ, ਅਧਰਮ ਦੀ ਦਲਦਲ ਵਿੱਚ ਕਿਉਂ ਜਾ ਵੜਦਾ ਹੈ? ਸਾਰਿਆਂ ਨੇ ਆਪੋ ਆਪਣੇ ਜਵਾਬ ਦਿੱਤੇ। ਇੱਕ ਉੱਤਮ ਪੁਰਖ ਬੋਲਿਆ ਕਿ ਜਦੋਂ ਕਥਨੀ ਕਰਮ ਵਿੱਚ ਨਹੀਂ ਢਲਦੀ ਉਦੋਂ ਕਥਨੀ ਭਾਵੇਂ ਕਿੰਨੀ ਵੀ ਚੰਗੀ ਹੋਵੇ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਿੰਨਾ ਚਿਰ ਕਥਨੀ ਕਰਨੀ ਦੇ ਵਿੱਚ, ਕਰਮ ਦੇ ਵਿੱਚ ਨਹੀਂ ਢਲਦੀ। ਉਦਾਹਰਨ ਦੇ ਤੌਰ 'ਤੇ ਮਨ ਨੂੰ ਬੜਾ ਗਿਆਨ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਜਾਣੈ ਸਭ ਬਾਤ, ਭਾਵ ਕਿ ਚੇਤਨ ਤੌਰ 'ਤੇ ਮਨ ਜਾਣਦਾ, ਮਨੁੱਖ ਜਾਣਦਾ ਹੈ ਸਭ ਬਾਤ। ਸਭ ਬਾਤ ਦਾ ਮਤਲਬ ਹੈ ਪਤਾ ਹੈ ਕਿ ਮਨੁੱਖਾ ਜਨਮ ਇੱਕ ਵਾਰ ਹੋਇਆ, ਦੂਜੀ ਵਾਰ ਹੋਏਗਾ ਜਾਂ ਨਹੀਂ, ਪਰ ਇਸ ਗੱਲ ਦੀ ਜਾਣ ਦੀ ਬਜਾਏ ਵੀ ਵਰਤਮਾਨ ਮਨੁੱਖਾ ਜੀਵਨ 'ਚ ਜਿਉਂ ਕਿ ਇਸ ਵਾਰੀ ਨੂੰ ਬੜੇ ਛੋਟੇ ਅਰਥਾਂ ਦੇ ਵਿੱਚ ਜਾਣ ਰਿਹਾ ਹੈ। ਪਤਾ ਹੈ ਕਿ ਕੁਸੰਗ ਦੀ ਮਾਰ ਬੜੀ ਭੈੜੀ ਹੁੰਦੀ ਹੈ, ਪਰ ਦੋਸਤੀਆਂ ਦਾ ਸਿਲਸਿਲਾ ਹੀ ਐਸਾ ਬਣਾਇਆ ਹੋਇਆ ਹੈ, ਮੋਹ ਹੀ ਐਸਾ ਪਿਆ ਹੋਇਆ ਹੈ ਕਿ ਰੋਜ਼ਾਨਾ ਕੁਸੰਗ ਸੰਗ ਬੈਠਦਾ ਹੈ। ਪਤਾ ਹੈ ਕਿ ਪਦਾਰਥਾਂ ਦਾ ਮੋਹ ਜਿਹੜਾ ਮੇਰੇ ਤੋਂ ਪਹਿਲਾਂ ਕਈ ਸੰਚਰੇ ਸਨ, ਰਾਵਣ ਵਰਗੇ, ਉਹ ਵੀ ਇਤਨੀ ਧਨ ਸੰਪਦਾ ਨੂੰ ਸੰਚ ਕੇ ਉਹਦੇ ਮੋਹ ਵਿੱਚ ਛੱਡ ਕੇ ਚਲੇ ਗਏ ਹਨ, ਤਾਂ ਵੀ ਸੰਚਣਾ ਦੇ ਵਿੱਚ ਲੱਗਿਆ ਹੋਇਆ। ਪਤਾ ਹੈ ਵਿਸ਼ਿਆਂ ਵਿਕਾਰਾਂ ਦੇ ਸੁੱਖ ਆਖਰ ਵੇਲੇ ਜੀਵਨ ਦੇ ਵਿੱਚ ਬੜੀ ਪਰੇਸ਼ਾਨੀ ਪੈਦਾ ਕਰਦੇ ਨੇ, ਤਾਂ ਵੀ ਇੱਕ ਕਦਮ ਉਹਨਾਂ ਦੀ ਤਰਫੋਂ ਨਹੀਂ ਹਟਾ ਰਿਹਾ। ਪਤਾ ਹੈ ਕਿ ਜੀਵਨ ਦੇ ਵਿੱਚ ਸਗਲ ਨਾਸ਼ਵਾਨ ਹੈ, ਪਰ ਉਸ ਨੂੰ ਸਦੀਵ ਮੰਨ ਕੇ ਕਰਮ ਇਸ ਤਰ੍ਹਾਂ ਦੇ ਕਰ ਰਿਹਾ ਹੈ ਕਿ ਹਰੇਕ ਕਰਮ ਇਹਦੇ ਜੀਵਨ ਦੇ ਉੱਪਰ ਬੋਝ ਬਣਦਾ ਜਾ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੇ। ਇਹ ਜਾਣਦਿਆਂ ਹੋਇਆਂ ਵੀ
ਮੈਂ ਕੁਝ ਨਿਰਣਾ ਕਰਾਂ। ਪਹਿਲਾਂ ਕੱਲ੍ਹ ਸ਼ਲੋਕ ਆਇਆ ਸੀ, ਜਦ ਜੀਵਨ ਦੇ ਵਿੱਚ ਤੁਹਾਨੂੰ ਬਾਣੀ ਬੜੀ ਛੇਤੀ ਸਤਰਕ ਕਰ ਦਿੰਦੀ ਹੈ ਜੇ ਸਾਨੂੰ ਸਮਝਣ ਦਾ ਢੰਗ ਹੋਵੇ। ਕੁਝ ਐਸੇ ਪੁਰਖਾਂ ਦੇ ਸੰਗ ਜਿਨ੍ਹਾਂ ਕਰਕੇ ਦੋਸਤੀ ਕਰਕੇ ਸੰਬੰਧ ਸਾਨੂੰ, ਪਰ ਵਿਦਵਤ ਸੱਜਣ ਸਨ, ਵਿਦਵਾਨ ਸਨ, ਤਾਂ ਉਹਨਾਂ ਸੰਗ ਬੈਠਣਾ, ਪਰ ਉਹਨਾਂ ਦੇ ਜੀਵਨ 'ਚ ਨਿਮਰਤਾ ਵੀ ਸੀ, ਗਿਰਾਵਟ ਵੀ ਸੀ। ਤਾਂ ਜਦੋਂ ਸੁਭਾਵਕ ਇਹ ਸ਼ਲੋਕ ਕਿਸੇ ਦੁਆਰਾ ਸੁਣਨ ਕੋ ਮਿਲਿਆ ਕਿ ਸੰਗ ਕੁਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ, ਉਸ ਦਿਨ ਤੋਂ ਕੁਸੰਗ ਜਿਹੜਾ ਭਾਵੇਂ ਦੋਸਤੀ ਵਾਲਾ ਸੀ, ਭਾਵੇਂ ਰਿਸ਼ਤੇਦਾਰੀ ਵਾਲਾ ਸੀ, ਉਹਦੇ ਤੋਂ ਸੁਭਾਵਕ ਦੂਰੀ ਬਣ ਗਈ ਮੇਰੇ ਆਪਣੇ ਜੀਵਨ। ਇਸ ਕਰਕੇ ਗੱਲ ਕੀ ਹੈ, ਹੁਣ ਉਦਾਹਰਨ ਦੇ ਤੌਰ 'ਤੇ ਰੋਜ਼ ਸ਼ਲੋਕਾਂ ਦੀ ਵਿਚਾਰ ਸ਼ਰਵਣ ਕਰਦੇ, ਪਤਾ ਨਹੀਂ ਅੱਜ ਕਿਤਨਾ ਸਮਾਂ ਹੋ ਗਿਆ, ਪਰ ਇੰਨੀ ਵਿਚਾਰ ਦੇ ਨਾਲ ਜੇ ਥੋੜ੍ਹਾ ਜਿਹਾ ਵੀ ਜੀਵਨ ਬਦਲੇ ਤਾਂ ਫਿਰ ਜੀਵਨ ਦਾ ਜਿਹੜਾ ਵਿਚਾਰ ਦਾ ਜਿਹੜਾ ਹੈ ਜੀਵਨ ਦੇ ਵਿੱਚ ਅਨੁਭਵ ਸਮਝ ਆਉਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਨਤ ਹੀ ਅਵਗਨ ਕਰੈ। ਬੜਿਆਂ ਕੋਲੋਂ ਗਿਆਨ ਹੈ, ਨਾ ਵੀ ਕਥਾ ਸੁਣਨ ਤਾਂ ਵੀ ਪਤਾ ਹੈ ਕਿ ਜੀਵਨ 'ਚ ਚੰਗਾ ਮੰਦਾ ਕੀ ਹੈ, ਪਰ ਜਾਨਤ ਹੀ ਅਵਗੁਣ ਕਰੈ, ਜਾਣਦਿਆਂ ਹੋਇਆਂ ਵੀ ਅਵਗੁਣ ਕਰ ਰਿਹਾ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਐ ਪਰੇ। ਇਹ ਕਿੱਥੋਂ ਦੀ ਸਿਆਣਪ ਹੈ ਜਾਂ ਕਿੱਥੋਂ ਦੀ ਸਮਝ ਹੈ ਕਿ ਹੱਥ ਵਿੱਚ ਦੀਵਾ ਹੋਵੇ ਜਗ ਦਾ ਅਤੇ ਮਨੁੱਖ ਖੂਹ ਦੇ ਵਿੱਚ ਡਿੱਗ ਪਵੇ। ਪਿੰਡਾਂ ਦੇ ਵਿੱਚ ਇੱਕ ਤਰ੍ਹਾਂ ਦਾ ਮਿਹਣਾ ਜਿਹਾ ਚੱਲਦਾ ਹੈ, ਜਿਹਦੇ ਵਿੱਚ ਕਹਿੰਦੇ, ਫਾਇਦਾ ਕੀ ਤੇਰਾ ਹੱਥ ਵਿੱਚ ਦੀਵੇ ਫੜੇ ਦਾ ਜੇ ਤੂੰ ਖੂਹ 'ਚ ਡਿੱਗਣਾ ਸੀ। ਇਹਦਾ ਭਾਵ ਇਹ ਹੈ, ਕਾਹੇ ਕੀ ਕੁਸਲਾਤ, ਕਿਵੇਂ ਮੰਨ ਲਈਏ ਕਿ ਤੈਨੂੰ ਧਰਮ ਗ੍ਰੰਥ ਦਾ ਬੜਾ ਗੂੜ੍ਹ ਗਿਆਨ ਹੈ, ਜੀਵਨ ਤਾਂ ਵਿਕਾਰਾਂ ਵਿੱਚ ਭਰਮ ਰਿਹਾ ਹੈ। ਕਿਵੇਂ ਮੰਨ ਲਈਏ ਕਿ ਤੈਨੂੰ ਧਰਮ ਗ੍ਰੰਥਾਂ ਦੇ ਉਪਦੇਸ਼ਾਂ ਦੀ ਬੜੀ ਬਰੀਕ ਵਿਆਖਿਆ ਆਉਂਦੀ ਹੈ, ਪਰ ਜੀਵਨ ਤਾਂ ਅਜੇ ਤੱਕ ਵਿਕਾਰਾਂ ਦੇ ਤਿਲ, ਕਦੇ ਕ੍ਰੋਧ ਦੇ ਅਧੀਨ ਹੁੰਦਾ, ਕਦੇ ਕਾਮ ਦੇ ਤਹਿਤ ਨਾਜ ਕਰਨਾ, ਕਦੇ ਲੋਭ ਦਾ ਨਸ਼ਾ ਚੜਿਆ ਹੁੰਦਾ, ਕਦੇ ਅਹੰਕਾਰ ਦੇ ਮੱਦ ਨੇ ਮੱਤ ਮਾਰੀ ਹੁੰਦੀ ਹੈ। ਕਿਸ ਤਰ੍ਹਾਂ ਮੰਨ ਲਿਆ ਜਾਵੇ ਕਿ ਤੂੰ ਗਿਆਨ ਦਾ ਦੀਪਕ ਤੇਰੇ ਅੰਦਰ ਜਲਦਾ ਹੈ? ਕਿਉਂਕਿ ਜਦੋਂ ਗਿਆਨ ਦਾ ਦੀਪਕ ਜਲ ਰਿਹਾ ਹੋਵੇ ਤਾਂ ਬੰਦੇ ਨੂੰ ਸਭ ਕੁਝ ਸੁੱਝਦਾ ਹੈ। ਜਿਵੇਂ ਸਾਨੂੰ ਹਨੇਰੇ ਵਿੱਚ ਸਾਡੀਆਂ ਅੱਖਾਂ ਹੋਣ ਦੇ ਬਾਵਜੂਦ ਵੀ ਸਾਨੂੰ ਨਹੀਂ ਦਿਸਦਾ, ਪਰ ਜਦੋਂ ਚਾਨਣ ਹੋ ਜਾਂਦਾ, ਦਿਨ ਦਾ ਉਜਾਲਾ ਹੋ ਜਾਂਦਾ, ਸਭ ਕੁਝ ਦਿਸਦਾ ਹੈ। ਜੇ ਸਾਡੇ ਕੋਲ ਧਰਮ ਗ੍ਰੰਥਾਂ ਦੇ ਵਿਖਿਆਨ ਸੁਣ ਕੇ ਗਿਆਨ ਆ ਗਿਆ ਹੈ, ਤੇ ਇਸ ਗਿਆਨ ਨੂੰ ਕਿਵੇਂ ਪੂਰਾ ਮੰਨ ਲਈਏ ਜੇ ਸਾਡੇ ਕਰਮ ਅਜੇ ਉਹਦੇ ਤਹਿਤ ਪਵਿੱਤਰ ਨਹੀਂ ਹੋਇਨ। ਬਾਣੀ 'ਚ ਵਾਕਨ ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ ਭੂਖੈ ਦਾਨ ਨਾ ਦੀਨਾ। ਕਹਿੰਦੇ ਕੀ ਭਗਤ ਸਾਹਿਬਾਨ ਕਥਨ ਕਰਦੇ ਹਨ, ਭਗਤ ਪਰਮਾਨੰਦ ਜੀ, ਕਿ ਕਿਸ ਤਰ੍ਹਾਂ ਮੰਨ ਲਿਆ ਜਾਵੇ ਕਿ ਤੂੰ 18 ਪੁਰਾਣਾਂ ਦੀ ਕਥਾ ਸੁਣ ਕੇ ਬੜਾ ਪਵਿੱਤਰ ਹੋ ਗਿਆ ਹੈ। ਕਹਿੰਦੇ ਅਨ ਪਾਵਨੀ, ਅਜੇ ਹਿਰਦੇ ਨੂੰ ਪਵਿੱਤਰ ਕਰਨਾ ਨਹੀਂ ਆਇਆ, ਭਗਤ ਨਾ ਉਪਜੀ, ਨਾ ਭਗਤੀ ਕਰਮ ਦਾ ਖਿਆਲ ਪੈਦਾ ਹੋਇਆ, ਭੂਖੈ ਦਾਨ ਨਾ ਦੀਨਾ, ਨਾ ਦਾਨ ਆਦਿਕ ਦੇ ਸ਼ੁਭ ਕਰਮ ਸਿੱਖੇ ਹਨ। ਸ਼ਬਦ ਦਾ ਜ਼ਿਕਰ ਸਾਰਾ ਇੰਜ ਤਰ੍ਹਾਂ ਹੈ। ਭੂਖੈ ਦਾਨ ਨਾ ਦੀਨਾ, ਕਹਿੰਦਾ ਕਾਮ ਨਾ ਛੂਟਿਓ, ਕ੍ਰੋਧ ਨਾ ਛੂਟਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ, ਬਾਟ ਪਾਰ ਕਰ ਮੂਸ ਪ੍ਰਾਨੋ, ਪੇਟ ਪਰੈ ਅਪਰਾਧੀ, ਜਿਹ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਦੀ, ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਮਿਲ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਕਹਿੰਦੇ ਕਥਾ ਸੁਣ ਤਾਂ ਲਈ, ਸਮਝ ਤਾਂ ਲਈ, ਪਰ ਕਥਾ ਜੀਵਨ ਦੇ ਵਿੱਚ ਚੱਲੀ ਨਹੀਂ। ਭਗਤ ਪਰਮਾਨੰਦ ਜੀ ਦਾ ਜ਼ਿਕਰ ਹੈ, ਜਾਨਤ ਹੀ ਅਵਗਨ ਕਰੈ। ਇਸ ਕਰਕੇ ਤਾਂ ਕਰਕੇ ਕਹਿੰਦੇ ਕਿਸੇ ਅਦਾਲਤ ਦੇ ਵਿੱਚ ਦੋ ਅਪਰਾਧੀ ਕਿਸੇ ਮਸਲੇ 'ਚ ਪੇਸ਼ ਹੋਏ, ਦੋਵਾਂ ਦਾ ਇੱਕੋ ਜਿਹਾ ਅਪਰਾਧ ਸੀ, ਇੱਕ ਨੂੰ ਫਾਂਸੀ ਦਿੱਤੀ ਗਈ, ਇੱਕ ਨੂੰ ਨਹੀਂ ਦਿੱਤੀ ਗਈ। ਇੱਕ ਨੂੰ ਵੈਸੇ ਕੈਦ 'ਚ ਪਾ ਦਿੱਤਾ ਗਿਆ। ਜਿਹਨੂੰ ਫਾਂਸੀ ਦਿੱਤੀ ਗਈ ਉਹ ਕਹਿਣ ਲੱਗਾ ਕਿ ਅਪਰਾਧ ਤਾਂ ਸਾਡਾ ਇੱਕੋ ਜਿਹਾ ਦਾ ਹੈ, ਦੋਵਾਂ ਨੇ ਇਕੱਠਾ ਹੀ ਕੀਤਾ ਹੈ, ਪਰ ਸਾਡੀ ਸਜ਼ਾ 'ਚ ਫਰਕ ਕਿਉਂ? ਤਾਂ ਨਿਰਣਾ ਕਰਨ ਵਾਲੇ ਨੇ ਉੱਥੇ ਜ਼ਿਕਰ ਕੀਤਾ ਕਿ ਇਹ ਜਿਹਨੂੰ ਨਹੀਂ ਦਿੱਤੀ ਗਈ ਸਜ਼ਾ ਫਾਂਸੀ ਦੀ, ਉਹ ਅਣਜਾਣ ਸੀ। ਭਾਵ ਉਹਨੂੰ ਨਹੀਂ ਸੀ ਪਤਾ ਕਿ ਇਹ ਕਰਮ ਕਰਾਂਗੇ ਤਾਂ ਕਾਨੂੰਨ ਫਾਂਸੀ ਦੀ ਸਜ਼ਾ ਦੇਵੇਗਾ, ਜਾਂ ਇਸ ਕਰਮ ਦਾ ਐਡਾ ਵੱਡਾ ਨੁਕਸਾਨ ਹੈ। ਕਹਿੰਦਾ ਤੈਨੂੰ ਗਿਆਨ ਸੀ, ਪਰ ਤੂੰ ਗਿਆਨ ਹੁੰਦਿਆਂ ਹੋਇਆਂ ਵੀ ਉਹ ਕਰਮ ਕੀਤਾ, ਇਸ ਕਰਕੇ ਤੇਰੀ ਸਜ਼ਾ ਵਧੀਕ। ਇਸ ਕਰਕੇ ਜਿਹੜਾ ਭਗਤ ਕਬੀਰ ਸਾਹਿਬ ਜੀ ਨੇ ਸ਼ਲੋਕ ਕਿਹਾ, ਇਹ ਉਹਨਾਂ ਨੇ ਕਥਨ ਵਾਲਿਆਂ ਦੇ ਸੰਬੰਧ 'ਚ ਹੀ ਕਿਹਾ ਹੋਇਆ ਕਿ ਇੱਕ ਤਰਫ ਧਰਮ ਦੇ ਸਾਰ ਨੂੰ ਪੂਰੀ ਤਰ੍ਹਾਂ ਬੁੱਝਦੇ ਜਾਣਦੇ ਹਨ, ਪਰ ਜੀਵਨ ਦੇ ਵਿੱਚ ਬਾਕੀ ਸਾਰੇ ਝਗੜੇ ਉਂਝ ਹੀ ਬਣੇ ਹੋਏ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਾਥ ਦੀਪ ਕੂਏ ਪਰੈ। ਜੇ ਤੇਰਾ ਜੀਵਨ ਤੇਰੀ ਕਥਨੀ ਦੇ ਅਨੁਸਾਰ ਅੱਧਾ ਪਚੱਧਾ ਵੀ ਨਹੀਂ ਚੱਲ ਰਿਹਾ, ਤਾਂ ਇਸ ਗਿਆਨ ਦੇ ਦੀਪਕ ਦਾ ਅਰਥ ਕੀ ਹੈ
ਕਿ ਇਹੀ ਗਿਆਨ ਦੀ ਵਿਚਾਰ ਜਿਹੜੀ ਬੜੀ ਬਰੀਕ ਕਰਦਾ ਹੈ, ਉਹਨੂੰ ਕਰਦਿਆਂ ਹੋਇਆਂ ਵੀ ਤੂੰ ਵਿਕਾਰਾਂ ਦੀ ਰਸਾਤਲ ਵਿੱਚ ਗਰਕ ਰਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ, ਮਤਲਬ ਆਪਣੇ ਹੀ ਪ੍ਰਕਾਸ਼ ਦਾ ਲਾਭ ਆਪਣੇ ਆਪ ਨੂੰ ਨਹੀਂ ਹੋ ਰਿਹਾ। ਜਦੇ ਇਸ ਗੱਲ ਦਾ ਵਿਚਾਰ ਕਿਸੇ ਜਗ੍ਹਾ ਇਸ ਮਜਲਿਸ ਦੇ ਵਿੱਚ ਬੜੀ ਵੱਡੀ ਬਹਿਸ ਹੋਈ ਕਿ ਜਦੋਂ ਜਿਹੜੇ ਧਰਮ ਮੰਦਰਾਂ ਵਿੱਚ ਰਹਿਣ ਵਾਲੇ ਲੋਕ ਹਨ, ਧਰਮ ਸਥਾਨਾਂ ਪਰ ਰਹਿਣ ਵਾਲੇ ਲੋਕ ਹਨ, ਉਹਨਾਂ ਦਾ ਜੀਵਨ ਕਈ ਵਾਰੀ ਉਹਨਾਂ ਦੇ ਕਥਨੀ ਦੇ ਇੱਕ ਸੁਰ ਕਿਉਂ ਨਹੀਂ ਹੁੰਦਾ। ਦਰਅਸਲ ਇਵੇਂ ਹੈ ਕਿ ਜਿਵੇਂ ਮਨੁੱਖ ਜਿਹੜਾ ਹੈ ਨਾ, ਜਦੋਂ ਕਿਸੇ ਦਾਇਰੇ ਨੂੰ ਆਪਣੇ ਹੇਠ ਸਮਝ ਲੈਂਦਾ ਹੈ ਅਤੇ ਉਹਦੀ ਉਚਾਈ ਨੂੰ ਛੱਡ ਦਿੰਦਾ ਹੈ। ਮਤਲਬ ਜਦੋਂ ਸਮਝ ਲੈਂਦਾ ਮੈਨੂੰ ਵਿਆਖਿਆ ਕਰਨੀ ਆ ਗਈ, ਅੱਜ ਤੋਂ ਬਾਅਦ ਮੈਂ ਸਿਰਮੌਰ ਹੋ ਗਿਆ, ਸੁਣਨ ਵਾਲੇ ਨਿਮਨ ਹੋ ਗਏ। ਜਦੋਂ ਇਹ ਗੱਲ ਦਾ ਉਹਦੇ ਜੀਵਨ 'ਚ ਅਭਿਆਸ ਪੈਦਾ ਹੋਣ ਲੱਗ ਪੈਂਦਾ ਜਾਂ ਅਹਿਸਾਸ ਬਣਨ ਲੱਗ ਪੈਂਦਾ ਹੈ, ਉਸ ਦਿਨ ਉਹ ਆਪਣੇ ਜੀਵਨ ਨੂੰ ਇਸ ਦਾਇਰੇ ਵਿੱਚੋਂ ਕੱਢ ਲੈਂਦਾ ਹੈ ਅਤੇ ਫਿਰ ਆਪਣੇ ਗਲਤ ਕਰਮਾਂ ਨੂੰ ਜਸਟੀਫਾਈ ਕਰਨ ਲੱਗ ਪੈਂਦਾ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਸਲੋਕ ਹਨ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਰੋਜ਼ਾ ਤਰੈ ਮਨਾਵਹਿ ਅੱਲੋ ਸੁਆਦਤ ਜੀ ਸੰਗਾਰੈ। ਆਪਣੇ ਜੀਵਨ 'ਚ ਗਿਰਾਵਟ ਬਣੀ ਰਹੀ ਮਾਸ ਖਾਣ ਦੀ, ਜੀਵਾਂ ਦੇ ਮਾਸ ਭਖਣ ਦੀ। ਜਦੋਂ ਪਤਾ ਸੀ ਲੋਕਾਂ ਨੇ ਇਹਦੇ ਉੱਪਰ ਤਨਜ ਕਰਨੀ ਹੈ ਅਤੇ ਕਹਿ ਦਿੱਤਾ ਕਿ ਮੈਂ ਤਾਂ ਜੀ ਇਹਨੂੰ ਬਿਸਮਿਲ੍ਲਾ ਕਹਿ ਕੇ ਜ਼ਿਬਾ ਕੀਤਾ ਹੈ, ਇਹਨੂੰ ਮੈਂ ਅੱਲਾ ਦੀ ਕੁਰਬਾਨੀ ਲਈ ਸ਼ਹੀਦ ਕੀਤਾ ਹੈ। ਟਰਮ ਇਵੇਂ ਦੀ ਬਣਾ ਲਈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੂਏ ਪਰੈ, ਇਹੋ ਜਿਹੀ ਸਿਆਣਪ, ਇਹੋ ਜਿਹੇ ਜਿਹੜੇ ਹਵਾਲੇ ਹਨ, ਇਹ ਠੀਕ ਹੈ ਕਿਸੇ ਤਰਫ ਤੋਂ ਜਿਹੜੇ ਤਰਕ ਕਰਨ ਵਾਲੇ ਉਹਨਾਂ ਨੂੰ ਸ਼ਰੋਕ ਦੇਣ, ਪਰ ਜੀਵਨ ਨੂੰ ਤਾਂ ਗਹਿਰੀ ਰਸਾਤਲ ਵਿੱਚ ਜਾ ਸੁੱਟਣਗੇ। ਇਸ ਕਰਕੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਇਸ ਕਰਕੇ ਭਾਰਤ ਦੇ ਇੱਕ ਵਿਦਵਤ ਸੱਜਣ ਹੋਏ ਨੇ, ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਦੁਨੀਆ ਦੇ ਵਿੱਚ ਦੋ ਬੰਦੇ ਬਿਲਕੁਲ ਸੱਖਣੇ ਰਹਿੰਦੇ ਹਨ, ਇੱਕ ਬੰਦਾ ਮਾਇਆਧਾਰੀ ਅਤੇ ਇੱਕ ਵਿਦਵਾਨ। ਜਿਹੜੇ ਵਿਦਵਾਨ ਦਾ ਗਿਆਨ ਦਾ ਪ੍ਰਕਾਸ਼ ਆਪਣੇ ਆਪ ਦੀ ਲਾਭਦਾਇਕ ਨਹੀਂ ਹੋਇਆ। ਇਸ ਕਰਕੇ ਜਿਵੇਂ ਮਾਇਆਧਾਰੀ ਹੈ, ਬੜੀ ਸੰਪੱਤੀ ਜੋੜੀ ਹੈ, ਪਰ ਆਪ 5 ਰੁਪਏ ਦਾ ਸੁੱਖ ਨਹੀਂ ਲਏਗਾ, ਔਲਾਦ ਲਏਗੀ, ਪਰਿਵਾਰ ਲਏਗਾ, ਸਮਾਜ ਲਏਗਾ। ਇਸੇ ਤਰ੍ਹਾਂ ਵਿਦਵਾਨ ਸੱਜਣ ਹੈ, ਆਪਣੇ ਗਿਆਨ ਦਾ ਲਾਭ ਦੂਜਿਆਂ ਨੂੰ ਕਥਨ ਦੇ ਲਈ ਉਠਾ ਲੈਂਦਾ, ਉਸ ਤੋਂ ਆਪਣੀ ਧਨ ਪਦਾਰਥ ਦੀ ਪੂਰਤੀ ਕਰ ਲੈਂਦਾ, ਪਰ ਉਸ ਗਿਆਨ ਦੇ ਪ੍ਰਕਾਸ਼ ਨਾਲ ਆਪਣੇ ਜੀਵਨ ਨੂੰ ਨਿਰਮਲ ਕਰਨਾ ਇਹ ਉਸ ਨੂੰ ਨਹੀਂ ਆਉਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਇਤਨੀ ਉੱਤਮ ਵੇਦਾਂ ਸ਼ਾਸਤਰਾਂ ਦਾ ਗਿਆਨ ਹੁੰਦਿਆਂ ਹੋਇਆਂ ਵੀ ਮਨੁੱਖ ਸੁਚੇਤ ਨਹੀਂ ਹੁੰਦਾ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਹਾਥ ਦੀਪ ਕੂਏ ਪਰੈ, ਭਾਵ ਕਿ ਜਦੋਂ ਪ੍ਰਕਾਸ਼ ਦੇ ਨਾਲ ਡੂੰਘੀ ਖਾਈ ਤੋਂ ਬਚਿਆ ਜਾਂਦਾ ਹੈ, ਪ੍ਰਕਾਸ਼ ਤਾਂ ਕੀਤਾ ਜਾਂਦਾ ਹੈ। ਜੇ ਪ੍ਰਕਾਸ਼ ਹੁੰਦਿਆਂ ਵੀ ਗਿਰ ਗਿਆ, ਇਹਦਾ ਮਤਲਬ ਅੱਖਾਂ ਦੇ ਤਲ ਤੋਂ ਤਾਂ ਦਿਖਦਾ ਸੀ, ਪਰ ਅੰਤਰੀਵ ਦ੍ਰਿਸ਼ਟੀ ਦੇ ਤਲ ਤੋਂ ਅੰਧਾ ਸੀ। ਤਾਂ ਕਰਕੇ ਗਿਆਨ ਦੀ ਸ਼੍ਰੇਸ਼ਟਤਾ ਨੂੰ ਨਹੀਂ ਪਹਿਚਾਣ ਸਕਿਆ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ 2 ਸਲੋਕਾਂ ਦੁਆਰਾ ਕਿ ਜਦੋਂ ਸਾਡੇ ਜੀਵਨ ਦੀ ਨਿਰਮਲ ਅਵਸਥਾ ਵਿਕਾਰਾਂ, ਵਾਸਨਾ, ਤ੍ਰਿਸ਼ਨਾ ਵਿੱਚ ਭਰਮ ਜਾਂਦੀ ਹੈ, ਤਾਂ ਫਿਰ ਮਨੁੱਖ ਦੇ ਜੀਵਨ ਦਾ ਸਾਰਾ ਵਹਿਣ ਉੱਧਰ ਚਲਿਆ ਜਾਂਦਾ ਹੈ। ਕੇਵਲ ਉਹੀ ਕੁਝ ਉਹਨੂੰ ਅਸਲ ਦੇ ਵਿੱਚ ਪ੍ਰਾਪਤ ਹੁੰਦਾ ਜਿਹੜਾ ਉਹਨੇ ਸ਼ੁਭ ਢੰਗ ਦੇ ਨਾਲ ਆਪਣੇ ਜੀਵਨ 'ਚ ਕਮਾ ਲਿਆ ਹੈ। ਅਤੇ ਇਸੇ ਤਰ੍ਹਾਂ ਮਨ ਦਾ ਬਹੁਤ ਬਾਤਾਂ ਜਾਣਨ ਦਾ ਅਰਥ ਨਹੀਂ, ਅਰਥ ਹੈ ਕਿ ਉਹਦੀ ਕਥਨੀ, ਉਹਦੀ ਜਿਹੜੀ ਸਮਝ ਹੈ, ਉਹਦੇ ਕਰਮ ਵਿੱਚੋਂ ਵੀ ਪ੍ਰਗਟ ਹੁੰਦੀ ਹੋਵੇ। ਨਹੀਂ ਤਾਂ ਅਗਰ ਇਸ ਤਰ੍ਹਾਂ ਨਹੀਂ ਹੁੰਦੀ ਤਾਂ ਉਹਦੀ ਸੋਝੀ ਹੁੰਦਿਆਂ ਵੀ ਉਹ ਅਗਿਆਨ ਦੀ, ਅਵਿਦਿਆ ਦੀ, ਭਰਮ ਦੀ ਗਹਿਰੀ ਖਾਈ ਦੇ ਵਿੱਚ ਗਿਰ ਸਕਦਾ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸਾਨੂੰ ਸਾਡੇ ਜੀਵਨ ਦੀ ਸਮੁੱਚੀ ਸੰਭਾਲ ਦਾ ਹੁਨਰ ਆ ਜਾਵੇ ਅਤੇ ਆਏਗਾ ਗੁਰੂ ਸ਼ਬਦ ਦੇ ਅਭਿਆਸ ਨਾਲ, ਗੱਲਾਂ ਬਾਤਾਂ ਨਾਲ ਨਹੀਂ ਆਏਗਾ। ਗੁਰੂ ਸ਼ਬਦ ਦੇ ਅਭਿਆਸ ਨਾਲ ਮਨ ਦੀ ਸਾਧਨਾ ਕਰਨ ਦਾ, ਗਿਆਨ ਨੂੰ ਸ਼ਬਦ ਦੀ ਸਾਧਨਾ ਨਾਲ ਸੰਵਾਰਨ ਦਾ ਹੁਨਰ ਆ ਜਾਏਗਾ ਅਤੇ ਗੁਰੂ ਕਿਰਪਾ ਸਦਕਾ ਜੀਵਨ ਨਿਰਮਲ ਹੋ ਜਾਏਗਾ। ਗੁਰੂ ਕਿਰਪਾ ਕਰੇ ਸ਼ਬਦ ਦਾ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ। ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।